ਪੰਜਾਬ ਤੋਂ ਭਾਰਤ ਤੋਂ ਜਦ ਕੋਈ ਆਪਣਾ ਭਵਿੱਖ ਸੁਰੱਖਿਅਤ ਕਰਨ ਦੇ ਲਈ ਬਾਹਰਲੇ ਮੁਲਕਾਂ ਦੇ ਵਿੱਚ ਚਲਾ ਜਾਂਦਾ ਹੈ ਤਾਂ ਆਪਣੇ ਤਾਂ ਪੰਜਾਬੀ ਤੇ ਭਾਰਤੀ ਬਹੁਤ ਵੱਡੀ ਮਾਤਰਾ ਦੇ ਵਿੱਚ ਕੈਨੇਡਾ 'ਚ ਰਹਿੰਦੇ ਨੇ ਤਾਂ ਕਈ ਤਾਂ ਅਜਿਹੇ ਨੇ ਜੋ ਸਭ ਕੁਝ ਵੇਚ ਵੱਟ ਕੇ ਉੱਥੇ ਚਲੇ ਗਏ ਨੇ। ਜੇ ਅੱਜ ਕੈਨੇਡਾ ਆਪਣੇ ਆਪ ਨੂੰ ਬਿਲਕੁਲ ਸਾਫ਼ ਸੁਥਰਾ ਮੰਨ ਕੇ ਅਗਾਂਹ ਆ ਰਿਹਾ ਹੈ ਤਾਂ ਜ਼ਰਾ ਧਿਆਨ ਕਰਿਓ ਇਹਨਾਂ ਦੇ ਅਸਲ ਐਬੋਰੀਜਨਲਸ ਕੌਣ ਸਨ। ਹੁਣ ਜੋ ਸੋਸ਼ਲ ਮੀਡੀਆ ਤੇ ਗੱਲਾਂ ਵਾਇਰਲ ਹੋ ਰਹੀਆਂ ਨੇ, ਇੱਧਰੋਂ ਉੱਧਰੋਂ ਸਰਕਾਰਾਂ ਦੀਆਂ ਬਿਆਨਬਾਜ਼ੀਆਂ ਚੱਲ ਰਹੀਆਂ ਨੇ, ਉਹਨਾਂ ਨੂੰ ਦੇਖ ਕੇ ਤਾਂ ਉਹਨਾਂ ਲੋਕਾਂ ਨੂੰ ਵੀ ਇਹ ਡਰ ਲੱਗਣ ਲੱਗ ਗਿਆ ਕਿ ਅਸੀਂ ਆਖਿਰਕਾਰ ਹੁਣ ਜਾਵਾਂਗੇ ਤਾਂ ਕਿੱਧਰ ਜਾਵਾਂਗੇ। ਤੇ ਫਿਰ ਜੇ ਉਹਨਾਂ ਮੁਲਕਾਂ ਪਿੱਛੇ ਉਹਨਾਂ ਸਾਰਿਆਂ ਦਾ ਇਤਿਹਾਸ ਵੇਖੀਏ, ਵਿਸ਼ਵ ਜੰਗਾਂ ਵਿੱਚ ਸਭ ਤੋਂ ਵੱਧ ਕੁਰਬਾਨੀਆਂ, ਸਭ ਤੋਂ ਵੱਧ ਸ਼ਹੀਦੀਆਂ ਪ੍ਰਾਪਤ ਕਰਨ ਵਾਲੇ ਪੰਜਾਬੀ ਸਨ। ਯਾਨੀ ਕੈਨੇਡਾ ਨੂੰ ਇਸ ਤਰੀਕੇ ਅਗਾਂਹ ਲਿਜਾਉਣ ਵਿੱਚ ਇਹ ਅਹਿਮ ਰੋਲ ਭਾਰਤੀਆਂ ਦਾ ਤੇ ਜਿਹਦੇ ਵਿੱਚ ਖਾਸ ਤੌਰ ਤੇ ਪੰਜਾਬੀਆਂ ਦਾ ਭੁਲਾਇਆ ਨਹੀਂ ਜਾ ਸਕਦਾ। ਮਾਵਾਂ ਆਪਣੇ ਦਿਲਾਂ ਤੇ ਪੱਥਰ ਰੱਖ ਕੇ ਭੇਜ ਰਹੀਆਂ ਨੇ ਜਵਾਨ ਪੁੱਤ, ਤਾਂ ਉਹ ਸਾਰਾ ਪੈਸਾ ਆਖਰ ਕਿਸ ਮੁਲਕ ਵਿੱਚ ਜਾ ਰਿਹਾ ਹੈ। ਉਹ ਮੁਲਕ ਦੀ ਤਰੱਕੀ ਉਸ ਤਰੀਕੇ ਕਿ ਹਜ਼ਾਰਾਂ ਲੱਖਾਂ ਦੀ ਗਿਣਤੀ ਵਿੱਚ ਜਿਹੜੇ ਸਾਡੇ ਵਿਦਿਆਰਥੀ ਜਾ ਰਹੇ ਨੇ, ਉਹ ਇੱਥੋਂ ਦਾ ਪੈਸਾ ਉਸ ਮੁਲਕ ਨੂੰ ਦੇ ਰਹੇ ਨੇ। ਉਹ ਮਾਂ ਦੇ ਹੰਝੂ ਜਿਹਨੇ ਪੁੰਝਣੇ ਨੇ, ਜਿਹੜੇ ਫਰਜ਼ ਕਰੋ ਦੋ ਪੁੱਤਰ ਨੇ, ਦੋਨੋਂ ਬਾਹਰ ਨੇ ਉੱਥੇ, ਤੇ ਉਹ ਨਾ ਉਹਨਾਂ ਕੋਲ ਇੱਧਰ ਆਉਣ ਦਾ ਜ਼ਰੀਆ ਨਹੀਂ, ਉਹਨਾਂ ਕੋਲ ਜਾ ਸਕੇ। ਉਹ ਮਾਂ ਇੱਕ ਨਹੀਂ, ਅਣਗਿਣਤ ਨੇ। ਗੱਲ ਭਾਵੇਂ 1947 ਦੀ ਹੋਵੇ, ਗੱਲ ਭਾਵੇਂ 84 ਦੀ ਹੋਵੇ, ਗੱਲ ਭਾਵੇਂ 92 ਦੀ ਹੋਵੇ, ਜਾਂ ਗੱਲ ਕਿਸੇ ਵੀ ਦੰਗਿਆਂ ਦੀ ਹੋਵੇ, ਆਮ ਲੋਕ ਹੀ ਇਹਨਾਂ ਚੀਜ਼ਾਂ ਦਾ ਸ਼ਿਕਾਰ ਹੁੰਦੇ ਨੇ। ਇਹ ਰਾਜਨੀਤਿਕ ਲੀਡਰ ਨੇ ਜੋ ਕਿ ਇੱਕ ਅੰਗਾਰੀ ਬਾਲ ਕੇ ਛੱਡ ਦਿੰਦੇ ਨੇ, ਪਰ ਭੁਗਤਣਾ ਤਾਂ ਆਮ ਲੋਕਾਂ ਨੂੰ ਹੀ ਪੈਂਦਾ। ਬਿਲਕੁਲ ਇੱਕ ਡਰ ਤੇ ਭੈ ਦਾ ਮਾਹੌਲ ਪੈਦਾ ਕਰ ਦਿੱਤਾ। ਪਰ ਮੈਂ ਇਹਨਾਂ ਮੁਲਕਾਂ ਵੱਲ ਨੂੰ ਇਸੇ ਲਈ ਯਾਦ ਕਰਵਾਉਣਾ ਚਾਹ ਰਹੀ ਸੀ ਕਿ ਭਾਈ ਵਿਸ਼ਵ ਜੰਗਾਂ ਵਿੱਚ ਇਹੀ ਸਨ ਜਿਨ੍ਹਾਂ ਨੂੰ ਅੱਜ ਇੱਕ ਤਖਤੀ ਫੱਟੇ ਦੇ ਉੱਤੇ ਲੱਗ ਕੇ ਉਹਨਾਂ ਦੇ ਮੱਥੇ ਤੇ ਲਾ ਦਿੱਤੀ ਕਿ ਜਿਹੜਾ ਵੀ ਕੋਈ ਸਿੱਖ ਹੋਏਗਾ ਜਾਂ ਜਿਹੜਾ ਵੀ ਕੋਈ ਪੰਜਾਬ ਤੋਂ ਆਇਆ ਹੋਏਗਾ ਉਹ ਸਿਰਫ ਤੇ ਸਿਰਫ ਖਾਲਿਸਤਾਨੀ। ਇਹ ਚੀਜ਼ਾਂ ਅਸੀਂ ਭੁੱਲ ਗਏ ਕਿ ਸਾਡੇ ਆਪਣੇ ਮੁਲਕ ਦੇ ਵਿੱਚ ਵੀ, ਭਾਰਤ ਵਿੱਚ ਅੱਜ ਦੇ ਦਿਨ ਵੀ ਜੇ ਨਰਸਰੀ ਗਿਣਨੀ ਜੇ ਨਾ ਪੂਰੇ ਦੇ ਪੂਰੇ ਇਸ ਵੇਲੇ ਫੌਜ ਦੇ ਵਿਚਲੀ, ਤਾਂ ਸਭ ਤੋਂ ਮੋਢੀ ਪੰਜਾਬੀ। ਤੇ ਫਿਰ ਅੱਗੋਂ ਅਸੀਂ ਗੱਲ ਕਰਦੇ ਹਾਂ ਕਿ ਜਦੋਂ ਤੱਕ ਲੋੜ ਇਹਨਾਂ ਨੂੰ ਸ਼ਹੀਦ ਕਰਵਾਉਣ ਲਈ ਮੁਲਕਾਂ ਦੇ ਉੱਤੇ, ਫਿਰ ਤਾਂ ਇਹਨਾਂ ਨੂੰ ਸਾਨੂੰ ਲੋੜ ਇਹੀ ਆਉਣ। ਤੇ ਜਿੰਨੇ ਵੀ ਦੁਨੀਆ ਭਰ ਵਿੱਚ ਕਿਤੇ ਵੀ ਕੋਈ ਸਿੱਖ ਹੋਏਗਾ, ਉਹ ਆਪਣੇ ਆਪ ਹੀ ਉਸ ਨੂੰ ਅਸੀਂ ਇੱਕ ਫੱਟੀ ਇਲਜ਼ਾਮਾਂ ਦੀ ਉਹਦੇ ਮੱਥੇ ਤੇ ਲਾ ਕੇ ਵੱਖ ਕਰ ਦਿਆਂਗੇ। ਸਤਿ ਸ਼੍ਰੀ ਅਕਾਲ ਜੀ, ਮੈਂ ਨਵਦੀਪ ਧਾਲੀਵਾਲ। ਤੁਸੀਂ ਵੇਖ ਰਹੇ ਹੋ ਸਾਡਾ ਖਾਸ ਪ੍ਰੋਗਰਾਮ ਕਿਚ ਸੁਣੀਏ ਕਿਚ ਕਹੀਏ। ਇਹ ਪ੍ਰੋਗਰਾਮ ਹੈ ਜਿਸ ਵਿੱਚ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਵੱਖੋ ਵੱਖਰੇ ਟੌਪਿਕਸ ਤੇ, ਖਾਸ ਕਰਕੇ ਉਹਨਾਂ ਗੱਲਾਂ ਨੂੰ ਇਸ ਪ੍ਰੋਗਰਾਮ ਦੇ ਵਿੱਚ ਵਿਚਾਰਿਆ ਜਾਂਦਾ ਜੋ ਗੱਲਾਂ ਆਪਾਂ ਘਰਾਂ ਦੇ ਵਿੱਚ ਬੈਠ ਕੇ ਕਰਦੇ ਹਾਂ, ਜੋ ਸਾਡੇ ਜ਼ਿਹਨ ਦੇ ਵਿੱਚ ਹੁੰਦੀਆਂ ਨੇ, ਜੋ ਅਸੀਂ ਇੱਧਰੋਂ ਉੱਧਰੋਂ ਸੁਣਦੇ ਹਾਂ ਤਾਂ ਕਹਿੰਦੇ ਹਾਂ ਕਿ ਇਹਨਾਂ ਗੱਲਾਂ ਦੇ ਜਵਾਬ ਆਖਿਰਕਾਰ ਕੌਣ ਦੇਵੇ। ਸੋ ਉਹੀ ਗੱਲਾਂ ਨੂੰ ਟੌਪਿਕ ਬਣਾ ਕੇ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਦੇ ਹਾਂ। ਤਾਂ ਸਾਰੀਆਂ ਹੀ ਗੱਲਾਂ ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਅਕਸਰ ਪਟਿਆਲਾ ਤੋਂ ਜੁੜਦੇ ਨੇ ਡਾਕਟਰ ਹਰਸ਼ਿੰਦਰ ਕੌਰ। ਅਸੀਂ ਉਹਨਾਂ ਦਾ ਸਵਾਗਤ ਕਰਾਂਗੇ। ਸਤਿ ਸ਼੍ਰੀ ਅਕਾਲ ਮੈਮ, ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ। ਤੇ ਜਿੰਨੇ ਵੀ ਸਾਰੇ ਸੁਣ ਵੇਖ ਸਕਦੇ ਨੇ, ਸਭਨਾਂ ਨੂੰ ਨਿੱਘੀ ਫਤਿਹ। ਵੈਸੇ ਤਾਂ ਸਾਡੇ ਸਾਰੇ ਦਰਸ਼ਕ ਜਾਣਦੇ ਨੇ, ਪਰ ਫਿਰ ਵੀ ਬਹੁਤ ਸਾਰੇ ਦਰਸ਼ਕ ਨਵੇਂ ਜੁੜੇ ਹੁੰਦੇ ਨੇ। ਉਹਨਾਂ ਨੂੰ ਮੈਂ ਦੱਸ ਦੇਵਾਂ ਕਿ ਡਾਕਟਰ ਹਰਸ਼ਿੰਦਰ ਕੌਰ ਉਹ ਸ਼ਖਸੀਅਤ ਨੇ ਜੋ ਕਿ ਬੱਚਿਆਂ ਦੇ ਇੱਕ ਮਾਹਿਰ ਡਾਕਟਰ ਨੇ, ਤੇ ਨਾਲ ਦੀ ਨਾਲ ਇਹਨਾਂ ਵੱਲੋਂ ਇੱਕ ਟਰਸਟ ਵੀ ਚਲਾਇਆ ਜਾ ਰਿਹਾ ਜਿੱਥੇ 400 ਤੋਂ ਵੱਧ ਗਰੀਬ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਇਹਨਾਂ ਵੱਲੋਂ ਚੁੱਕਿਆ ਜਾ ਰਿਹਾ। ਇਹਨਾਂ ਵੱਲੋਂ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਗਈਆਂ ਨੇ। ਪੂਰੇ ਵਿਸ਼ਵ ਭਰ ਦੇ ਵਿੱਚ ਅਜਿਹਾ ਮੈਨੂੰ ਲੱਗਦਾ ਕਿ ਕੋਈ ਮੰਚ ਨਹੀਂ ਹੋਵੇਗਾ ਜਿੱਥੇ ਡਾਕਟਰ ਹਰਸ਼ਿੰਦਰ ਕੌਰ ਵੱਲੋਂ ਆਪਣੀ ਆਵਾਜ਼ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਬੁਲੰਦ ਨਾ ਕੀਤੀ ਹੋਵੇ। ਸੋ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਦਿੰਦਿਆਂ ਸਾਡੇ ਨਾਲ ਪ੍ਰੋਗਰਾਮ ਸ਼ੇਅਰ ਕਰਦੇ ਨੇ। ਬਹੁਤ ਹੀ ਵਧੀਆ ਲੱਗਦਾ ਕਿ ਆਪਣੇ ਇੰਨੇ ਜ਼ਿਆਦਾ ਬਿਜ਼ੀ ਸ਼ੈਡਿਊਲ ਦੇ ਵਿੱਚੋਂ ਸਾਡੇ ਨਾਲ ਜੁੜਦੇ ਨੇ। ਸੋ ਅੱਜ ਦਾ ਪ੍ਰੋਗਰਾਮ ਬੇहद ਖਾਸ ਰਹਿਣ ਵਾਲਾ ਹੈ ਕਿਉਂਕਿ ਜਿਸ ਹਿਸਾਬ ਦਾ ਕੈਨੇਡਾ ਦੇ ਵਿੱਚ ਤਣਾਅ ਬਣਿਆ ਹੋਇਆ, ਜਿਸ ਹਿਸਾਬ ਦਾ ਭਾਰਤ ਤੋਂ ਤੇ ਕੈਨੇਡਾ ਤੋਂ ਖਬਰਾਂ ਆ ਰਹੀਆਂ ਨੇ, ਉਹਨਾਂ ਹੀ ਸਾਰੀਆਂ ਗੱਲਾਂ ਤੇ ਵਿਚਾਰ ਚਰਚਾ ਕਰਾਂਗੇ। ਪਰ ਉਸ ਤੋਂ ਪਹਿਲਾਂ ਮੈਮ, ਤੁਸੀਂ ਦਰਸ਼ਕਾਂ ਦੇ ਨਾਲ ਇੱਕ ਕਹਾਣੀ ਸਾਂਝੀ ਕਰਦੇ ਹੋ। ਅੱਜ ਤੁਸੀਂ ਦਰਸ਼ਕਾਂ ਦੇ ਲਈ ਕਿਹੜੀ ਕਹਾਣੀ ਲੈ ਕੇ ਆਏ ਹੋ? ਕਹਾਣੀ ਜੀ ਅਕਬਰ ਤੇ ਬੀਰਬਲ ਦੀ। ਜੇ ਹੋ ਸਕਦਾ ਕੁਝ ਜਣਿਆਂ ਨੇ ਸ਼ਾਇਦ ਸੁਣੀ ਹੋਵੇ ਆਪਣੇ ਬਚਪਨ ਵਿੱਚ, ਪਰ ਉਹਦਾ ਅੱਜ ਦੇ ਆਪਣੇ ਪ੍ਰੋਗਰਾਮ ਨਾਲ ਕੁਝ ਡੂੰਘਾ ਤਾਲਮੇਲ ਹੋਣਾ ਜੇ, ਇਸੇ ਕਾਰਨ ਉਹ ਸੁਣਾਉਣਾ ਚਾਹੁੰਦੀ ਹਾਂ ਕਿ ਅਕਬਰ ਦੇ ਕੋਲ ਇੱਕ ਕਹਿੰਦੇ ਨੇ ਇੱਕ ਵੇਲੇ ਵਪਾਰੀ ਪਹੁੰਚੇ ਜਿਨ੍ਹਾਂ ਨੇ ਬਹੁਤ ਜ਼ਿਆਦਾ ਵਧੀਆ ਊਠ ਉਹਨੂੰ
ਦਿਖਾਏ ਕਿ ਇਹ ਹੈਗੇ ਨੇ, ਤੇ ਉਹਨੇ ਉਹ ਊਠ ਖਰੀਦ ਲਏ ਤੇ ਉਹਨੂੰ ਲੱਗਿਆ ਵੀ ਤਾਂ ਬਹੁਤ ਹੀ ਕਮਾਲ ਦੇ ਨੇ। ਤੇ ਵਪਾਰੀਆਂ ਨੂੰ ਕਹਿਣ ਲੱਗਾ ਕਿ ਆ ਮੈਂ ਹੋਰ ਤੁਹਾਨੂੰ ਦਿਨਾ 1 ਲੱਖ ਦਿਨਾਰ, ਤੇ ਮੇਰੇ ਲਈ ਤੁਸੀਂ ਅੱਗੋਂ ਹੋਰ ਸਗੋਂ ਇਸੇ ਤਰ੍ਹਾਂ ਦੇ ਊਠ ਲੈ ਕੇ ਆਇਓ। ਇਹ ਗੱਲ ਵਾਪਰੀ ਸੀ ਥੋੜੇ ਕੁ ਦਿਨਾਂ ਬਾਅਦ ਹੀ। ਫਿਰ ਅਕਬਰ ਨੇ ਬੀਰਬਲ ਨੂੰ ਕਿਹਾ ਵੀ ਚੱਲ ਭਾਈ ਤੂੰ ਮੂਰਖਾਂ ਦੀ ਲਿਸਟ ਬਣਾ ਕੇ ਲਿਆ, ਸਾਰੇ ਰਾਜ ਵਿੱਚ ਲੱਭ ਕੇ ਮੂਰਖਾਂ ਦੀ ਲਿਸਟ ਬਣਾ ਕੇ ਲਿਆ। ਸੋ ਉਹ ਬਣਾ ਕੇ ਜਦੋਂ ਹਫ਼ਤੇ ਬਾਅਦ ਵਾਪਸ ਪੁੱਜਿਆ ਤਾਂ ਉਹਨੇ ਦੇਖੀ ਲਿਸਟ, ਤੇ ਸਭ ਤੋਂ ਉੱਪਰ ਉਹਨੇ ਆਪਣਾ ਨਾਂ ਪੜ੍ਹਿਆ। ਬਹੁਤ ਗੁੱਸਾ ਆਇਆ, ਦਾ ਰਿਆਣਾ ਵੀ ਸੀ ਵੀ ਮੈਂ ਰਾਜਾ, ਇਹਦੀ ਕੀ ਔਕਾਤ ਵੀ ਮੈਨੂੰ ਇਹ ਮੂਰਖਾਂ ਦਾ ਸਰਦਾਰ ਗਿਣ ਲਿਆ, ਵੀ ਸਭ ਤੋਂ ਉੱਚਾ ਰੱਖ ਰਿਹਾ। ਸੋ ਉਹਨੇ ਪੁੱਛਿਆ ਵੀ ਇਹ ਮੇਰਾ ਨਾਂ ਕਿਉਂ ਲਿਖਿਆ। ਉਹ ਕਹਿਣ ਲੱਗਾ ਗੱਲ ਇਸ ਤਰ੍ਹਾਂ, ਪਹਿਲੀ ਵਾਰ ਕੋਈ ਤੁਹਾਡੇ ਕੋਲ ਹਾਜ਼ਰ ਹੋਏ ਸਨ, ਵਪਾਰੀ ਸੀ, ਦੂਸਰੇ ਮੁਲਕ ਤੋਂ ਆਏ, ਤੁਸੀਂ ਨਾ ਅਤਾ ਨਾ ਪਤਾ ਕੱਖ ਪੁੱਛਿਆ ਨਹੀਂ, ਤੇ ਬਸ ਉਹ ਪਸੰਦ 2 ਜਿਹੜੇ ਊਠ ਆ ਗਏ ਰੱਖੇ, ਤੇ ਤੁਸੀਂ ਅੱਗੋਂ ਪੈਸੇ ਦੇ ਦਿੱਤੇ ਨੇ ਕਿ ਤੁਸੀਂ ਅਗਲੀ ਵਾਰ ਜਦੋਂ ਆਓ ਮੇਰੇ ਲਈ ਲੈ ਆਣਾ। ਇਹੋ ਜਿਹੀ ਮੂਰਖਤਾ ਹੋਰ ਕੌਣ ਕਰ ਸਕਦਾ ਸੀ। ਤੁਸੀਂ ਹੋਈ, ਇਸ ਕਰਕੇ ਮੈਨੂੰ ਜਾਪੇ ਵੀ ਸਭ ਤੋਂ ਵੱਧ ਇਸ ਰਾਜ ਦੇ ਮੂਰਖ ਤੁਸੀਂ ਹੋ। ਅਕਬਰ ਥੋੜੀ ਦੇਰ ਸੋਚਦਾ ਰਿਹਾ ਤੇ ਫਿਰ ਕਹਿਣ ਲੱਗਾ, ਭਲਾ ਬੀਰਬਲ ਇਹ ਦੱਸ, ਜੇ ਉਹ ਅਗਲੀ ਵਾਰ ਲੈ ਆਏ ਊਠ ਫੇਰ? ਤਾਂ ਇਹ ਬੀਰਬਲ ਕਹਿਣ ਲੱਗਾ, ਜੀ ਫਿਰ ਮੈਂ ਤੁਹਾਡਾ ਨਾਂ ਕੱਟ ਕੇ ਉਹਨਾਂ ਦਾ ਲਿਖ ਦਿਆਂਗਾ, ਸਭ ਤੋਂ ਵੱਡੇ ਮੂਰਖ, ਵੀ ਜਿਨ੍ਹਾਂ ਨੂੰ ਪਤਾ ਜੇ ਕਿ ਪਿੱਛੇ ਕੋਈ ਅਤਾ ਪਤਾ ਸਾਡਾ ਹੈ ਨਹੀਂ, ਇਹ ਜਿਹੜੇ ਪੈਸੇ ਸਾਨੂੰ ਫੜਾ ਦਿੱਤੇ ਗਏ ਇਹਦੀ ਕਿਤੇ ਪੁੱਛ ਪੜਤਾਲ ਹੋ ਨਹੀਂ ਸਕਦੀ, ਤੇ ਅਸੀਂ ਭਾਈ ਆਰਾਮ ਨਾਲ ਵਰਤੀਏ, ਖਾਈਏ ਪੀਏ, ਸਾਡੀ ਅਗਲੀ ਪੁਸ਼ਤ ਤੱਕ ਸਾਨੂੰ ਬਥੇਰੇ ਨੇ, ਤੇ ਸਾਨੂੰ ਤਾਂ ਲੋੜ ਹੀ ਨਹੀਂ। ਫਿਰ ਜੇ ਉਹਦੇ ਬਾਵਜੂਦ ਵੀ ਆ ਜਾਂਦੇ ਨੇ ਤੇ ਮੈਂ ਸਭ ਤੋਂ ਵੱਧ ਮੂਰਖ ਐਲਾਨ ਕਰਾਂਗਾ। ਇਹ ਕਹਾਣੀ ਮੈਂ ਵੀ ਆਪਣੇ ਬਚਪਨ ਵਿੱਚ ਸੁਣੀ ਸੀ, ਤੇ ਮੈਨੂੰ ਲੱਗਦਾ ਬਹੁਤ ਸਾਰਿਆਂ ਨੇ ਸੁਣੀ ਹੋਏਗੀ। ਇਹਦੇ ਵਿੱਚ ਇੱਕ ਸੁਣਿਆ ਹੋਇਆ ਬੱਚਿਆਂ ਲਈ ਕਿ ਭਾਈ ਐਵੇਂ ਹੀ ਕਿਸੇ ਤੇ ਇਤਬਾਰ ਨਹੀਂ ਕਰਨਾ ਚਾਹੀਦਾ, ਕਿਉਂਕਿ ਲੋਕ ਧੋਖਾ ਦੇ ਜਾਂਦੇ। ਤੌਰ ਤੇ ਕਈ ਸੁਣੀ ਗੱਲ ਹੈ। ਮੈਂ ਇਹਨੂੰ ਅੱਜ ਦੇ ਹਿਸਾਬ ਨਾਲ ਤੁਹਾਨੂੰ ਥੋੜਾ ਜਿਹਾ ਜੋੜ ਕੇ ਦੱਸਣਾ ਚਾਹਾਂਗੀ ਕਿ ਉਸਾਮਾ ਬਿਨ ਲਾਡੇਨ ਨੂੰ ਮਾਰਨ ਵਾਲੇ ਕੌਣ ਸਨ। ਦੁਨੀਆ ਭਰ ਵਿੱਚ ਉਹ ਇੱਕ ਅੱਤਵਾਦੀ ਐਲਾਨ ਕਰ ਦਿੱਤਾ ਗਿਆ, ਤੇ ਉਹਨੂੰ ਮਾਰਨ ਵਾਲੇ ਅਮਰੀਕਾ ਨੇ ਜਿਸ ਹਾਲ ਵਿੱਚ ਪਹੁੰਚ ਕੇ ਇਹ ਆਪਣੇ ਮੋਢਿਆਂ ਤੇ ਜ਼ਿੰਮੇਵਾਰੀ ਲਈ ਕਿ ਅਸੀਂ ਦੂਜੇ ਮੁਲਕ ਵਿੱਚ ਜਾ ਕੇ ਇਸ ਤਰੀਕੇ ਮਾਰ ਨਾ ਕਰਕੇ ਉਹਨੂੰ ਲੈ ਆਏ, ਜਦੋਂ ਕਿ ਬਹੁਤ ਸਾਰੇ ਤੱਥ ਕੁਝ ਹੋਰ ਬੋਲਦੇ ਨੇ ਕਿ ਉਸਾਮਾ ਪਹਿਲਾਂ ਹੀ ਗੁਰਦੇ ਦੇ ਰੋਗ ਤੋਂ ਪੀੜਤ ਸੀ ਤੇ ਉਹਦੀ ਸ਼ਾਇਦ ਮੌਤ ਹੋ ਚੁੱਕੀ ਸੀ। ਫਿਰ ਦੂਸਰੇ ਤੱਥ ਜੋ ਅੱਖਾਂ ਖੋਲਣ ਵਾਲੇ ਸਨ ਕਿ ਜਿਹੜੇ ਵੀ ਕਮਾਂਡੋਜ਼ ਮਾਰਨ ਲਈ ਉਹਨੂੰ ਗਏ ਸਨ, ਉਹ ਕਮਾਂਡੋਜ਼ ਚੋਂ ਇੱਕ ਵੀ ਵਾਪਸ ਜ਼ਿੰਦਾ ਨਹੀਂ ਗਿਆ। ਉਹਨਾਂ ਦੀ ਉਸੇ ਤਰ੍ਹਾਂ ਉਹ ਸਾਰਾ ਜਹਾਜ਼ ਨੱਚ ਦਿੱਤਾ ਗਿਆ। ਕੋਈ ਵੀ ਇਹ ਦੱਸਣ ਵਾਲਾ ਨਹੀਂ ਸੀ ਕਿ ਉੱਥੇ ਇਹ ਹੈ ਨਹੀਂ। ਜੋ ਫਿਲਮ ਬਣਾਈ ਗਈ, ਸ਼ਾਇਦ ਬਹੁਤਿਆਂ ਨੂੰ ਪਤਾ ਹੋਵੇ ਕਿ ਉਹ ਚੰਡੀਗੜ੍ਹ ਦੇ ਨੇੜੇ ਦੇ ਪਿੰਡ ਵਿੱਚ ਸ਼ੂਟ ਕੀਤੀ ਗਈ ਸੀ, ਜਿਸ ਨੂੰ ਇਹ ਦਿਖਾਇਆ ਗਿਆ ਕਿ ਇਹ ਬਾਹਰ ਉੱਥੇ ਪਾਕਿਸਤਾਨ ਵਿੱਚ ਕੀਤੀ ਗਈ ਹੈ, ਤੇ ਇਸ ਤਰੀਕੇ ਉੱਥੇ ਉਸਾਮਾ ਲੱਭਿਆ ਸੀ, ਇਸ ਤਰੀਕੇ ਮਾਰਿਆ ਗਿਆ ਸੀ। ਖੈਰ, ਮੈਂ ਦੱਸਣਾ ਸਿਰਫ ਇਹ ਚਾਹੁੰਦੀ ਹਾਂ ਕਿ ਇਹ ਤੱਥ ਜੋ ਬਾਹਰ ਨਿਕਲਦੇ ਨੇ, ਉਸ ਤੋਂ ਪਹਿਲਾਂ ਮੂਰਖ ਬਣਨ ਵਾਲੇ ਕੌਣ ਹੁੰਦੇ ਨੇ। ਇਹ ਮੁਲਕ ਵੱਡੇ ਵੱਡੇ ਜੋ ਅਖੀਰ ਅਨਾਉਂਸ ਕਰਦੇ ਨੇ ਕਿ ਅਸੀਂ ਇਹਨੂੰ ਪਨਾਹ ਕੀਤਾ, ਕਿ ਉਹ ਵਾਕਈ ਮਾਰ ਦਿੱਤਾ ਗਿਆ ਜਾਂ ਨਹੀਂ। ਥੋੜੀ ਜਿਹੀ ਪਿੱਛੇ ਲਿਟੇ ਦੇ ਨਾਲ ਮੈਂ LTT ਵਾਲੇ ਜਿਸ ਤਰੀਕੇ ਪ੍ਰਭਾਕਰਨ ਨੂੰ ਸਪੋਰਟ ਕਰਨ ਵਾਲਾ ਕੌਣ ਸੀ? ਭਾਰਤ, ਜਿਸਨੇ ਸਾਰੇ ਹਥਿਆਰ ਵੀ ਦਿੱਤੇ, ਸਭ ਕੁਝ ਦਿੱਤਾ, ਤੇ ਉਹ ਲੜਦਾ ਕਿਹਨਾਂ ਲਈ? ਅਮੀਲੀਅਨਸ ਲਈ, ਉਹਨਾਂ ਦੇ ਹੱਕਾਂ ਲਈ ਲੜ ਰਿਹਾ। ਤੇ ਅਖੀਰ ਫਿਰ ਜਦੋਂ ਦੇਖਿਆ ਕਿ ਇਹ ਤਾਂ ਸਾਡੇ ਹੱਥੋਂ ਨਿਕਲ ਗਿਆ, ਇਹ ਤਾਂ ਆਪਣਾ ਹੀ
ਸੱਚਮੁੱਚ ਆਪਣੇ ਲੋਕਾਂ ਦਾ ਬਣ ਗਿਆ, ਉਹਨਾਂ ਦੇ ਹੱਕਾਂ ਦੀ ਆਵਾਜ਼ ਚੁੱਕਣ ਲੱਗ ਗਿਆ ਜੇ, ਤਾਂ ਉਹਨੂੰ ਫਿਰ ਮਾਰ ਮੁਕਾ ਦਿੱਤਾ ਗਿਆ ਕਿ ਇਹ ਹੁਣ ਸਾਡੇ ਕੰਮ ਦਾ ਨਹੀਂ ਰਿਹਾ। ਰਤਕ ਇਸੇ ਹੀ ਤਰ੍ਹਾਂ ਇੱਕ ਆਵਾਜ਼ ਉੱਠੀ ਸੀ ਉਦੋਂ ਕਿ ਇੰਦਰਾ ਗਾਂਧੀ ਨੇ ਸ਼ਾਇਦ ਇਹ ਭੇਜ ਕੇ ਜਿਸ ਤਰੀਕੇ ਸਿੱਖਾਂ ਦੀ ਸੋਚ ਤਬਦੀਲ ਕਰਨ ਲਈ, ਜਿਵੇਂ ਉਹਨਾਂ ਸਮਿਆਂ ਵਿੱਚ ਗੱਲ ਚੱਲੀ ਸੀ, ਜੋ ਸਾਨੂੰ ਸੁਣਾਈ ਗਈ, ਜੋ ਗੱਲ ਚੁਫੇਰੇ ਮੀਡੀਆ ਵਿੱਚ, ਤੇ ਕਿਸ ਤਰੀਕੇ ਉਦੋਂ ਸਾਰਾ ਜੋ ਪੰਜਾਬ ਦੇ ਵਿੱਚ ਮਾਹੌਲ ਜਿਵੇਂ ਤਬਦੀਲ ਹੋਇਆ, ਕਿਸ ਢੰਗ ਨਾਲ ਉੱਥੇ ਹੌਲੀ ਹੌਲੀ ਇਸ ਮਾਹੌਲ ਤੇ ਲਿਆ ਕੇ ਖੜਾ ਕਰ ਦਿੱਤਾ ਗਿਆ ਕਿ ਅਣਪਛਾਤੀਆਂ ਲਾਸ਼ਾਂ ਬਣ ਗਈਆਂ, ਨੌਜਵਾਨ ਗੱਭਰੂ ਜਿਸ ਢੰਗ ਨਾਲ ਮਾਰ ਮੁਕਾਏ ਗਏ ਤੇ ਜਿਵੇਂ ਦੇ ਤਸ਼ੱਦਦ ਉਹਨਾਂ ਨੂੰ ਸਹਿਣੇ ਪਏ, ਉਹ ਇੰਨੇ ਅੱਤ ਦੇ ਸੀ ਅੱਜ ਵੀ ਜਿਹੜੇ ਮਜਬੂਰੀ ਵਸ ਇੱਥੋਂ ਭੱਜ ਕੇ ਆਪਣੀ ਜਾਨ ਬਚਾ ਕੇ ਗਏ, ਜਿਨ੍ਹਾਂ ਦਾ ਇੱਕ ਵੀ ਘਰ ਵਾਲਾ ਕੋਈ ਬਚਿਆ ਨਹੀਂ, ਨਾਮੋ ਨਿਸ਼ਾਨ ਮਿਟਾ ਦਿੱਤੇ ਗਏ, ਜਿਨ੍ਹਾਂ ਦਾ ਇਸ ਜ਼ਮੀਨ ਤੇ ਕੁਝ ਬਚਿਆ ਹੀ ਨਹੀਂ, ਉਹ ਆਪਣੇ ਸਿਰ ਤੇ ਜਿੱਥੇ 20-20 ਟਾਂਕੇ ਲੈ ਕੇ ਪੱਟ ਦੀਆਂ ਹੱਡੀਆਂ 4 ਥਾਂ ਤੋਂ ਟੁੱਟੀਆਂ, ਰੀੜ੍ਹ ਦੀ ਹੱਡੀ ਹਿਲਾ ਦਿੱਤੀ ਗਈ, ਹੱਥ ਬਿਲਕੁਲ ਚਕਨਾਚੂਰ ਕਰ ਦਿੱਤਾ ਗਿਆ, ਇਸ ਢੰਗ ਨਾਲ 4-4 5-5 ਦਿਨ ਪੁੱਠਾ ਟੰਗ ਕੇ ਤਸ਼ੱਦਦ ਢਾਇਆ ਗਿਆ, ਜਬਰੀ ਮਨਵਾਉਣ ਲਈ ਕਿਹਾ ਗਿਆ ਕਿ ਫਲਾਣਾ ਕਤਲ ਕੀਤਾ ਜਦਕਿ ਨਹੀਂ ਸੀ। ਤਾਂ ਉਹ ਆਪਣੀ ਪੁਸ਼ਤ ਅਗਲੀ ਨੂੰ ਜਾਂ ਉਸ ਤੋਂ ਅਗਲੀ ਪੁਸ਼ਤ ਨੂੰ ਕਿਸ ਢੰਗ ਦਾ ਮੋਹ ਦੱਸੇਗਾ ਕਿ ਪਿੱਛੇ ਉਸੇ ਧਰਤੀ ਨਾਲ ਰੱਖੋ ਜਿੱਥੇ ਮੇਰੇ ਨਾਲ ਇੰਨਾ ਜ਼ਬਰ ਤੇ ਜ਼ੁਲਮ ਕੀਤਾ ਗਿਆ ਜਦਕਿ ਮੈਂ ਬੇਦੋਸਾ ਸੀ। ਹੁਣ ਇਸੇ ਤਰ੍ਹਾਂ ਜੇ ਆਪਾਂ ਧਿਆਨ ਕਰੀਏ ਤਾਂ ਜਦੋਂ ਦੂਜੇ ਮੁਲਕਾਂ ਵਿੱਚ ਕੋਈ ਵੀ ਇਸ ਤਰੀਕੇ ਦੀ ਚੀਜ਼ ਵਾਪਰਦੀ ਜੇ, ਜਿਹਦੇ ਵਿੱਚ ਫੀਡਲ ਕਾਸਟਰੋ ਦੀ ਜੇ ਆਪਾਂ ਗੱਲ ਕਰੀਏ ਤਾਂ ਉਹ ਫੀਡਲ ਕਾਸਟਰੋ ਨੂੰ ਜਿਸ ਢੰਗ ਨਾਲ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਕਿਵੇਂ ਉਹਦੇ ਸਿਗਾਰ ਵਿੱਚ ਜਾਂ ਉਹਦੇ ਯਾਨੀ ਇੱਥੋਂ ਤੱਕ ਕਿ ਉਹਦੇ ਅੰਡਰਵੀਅਰ ਦੇ ਵਿੱਚ ਵੀ ਉਹਦੇ ਪਾ ਦੇਣੇ, ਯਾਨੀ ਉਹਨੂੰ ਮਾਰਨ ਦੇ ਢੰਗ ਸ਼ੁਰੂ ਕੀਤੇ ਗਏ, ਸਿਗਾਰ ਵਿੱਚ ਕਿਵੇਂ ਜ਼ਹਿਰ ਦੇਣ ਦੀ ਕੋਸ਼ਿਸ਼ ਕੀਤੀ ਗਈ, ਯਾਨੀ ਬਹੁਤ ਕੁਛ ਕੀਤਾ ਗਿਆ। ਪਰ ਉਹ ਅਖੀਰ ਯਾਨੀ ਕਿਊਬਾ ਦਾ ਅਖੀਰ ਰਾਸ਼ਟਰਪਤੀ ਰਿਹਾ ਤੇ ਉਹ ਆਪਣੇ ਭਾਵੇਂ ਕਿੰਨਾ ਹੀ ਉਹਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ, ਉਹ ਬਚਿਆ, ਉੱਥੋਂ ਲੰਘਿਆ। ਤਾਂ ਸ਼ੇਖ ਅਬਦੁੱਲਾ ਨੂੰ ਇਸ ਤਰੀਕੇ ਫਿਰ ਉਹਨਾਂ ਨੂੰ ਵੀ ਕਿਵੇਂ ਜੇਲ੍ਹ 'ਚ ਤਾੜਿਆ ਗਿਆ, ਫਿਰ ਅਖੀਰ ਜਦੋਂ ਆਪਣੇ ਹੱਕਾਂ ਲਈ ਜੂਝਦੇ ਰਹੇ, ਉਹਨਾਂ ਦੇ ਲੋਕ ਨਾਲ ਜੁੜੇ ਤਾਂ ਉਹਨੂੰ ਰਾਜ ਵੀ ਕਰਨ ਦਾ ਢੰਗ ਮਿਲਿਆ। ਲਾਲ ਡੇਂਗਾ ਦੀ ਗੱਲ ਕਰ ਲਓ, ਚੀ ਗਵੇਰਾ ਦੀ। ਮੈਂ ਇਸ ਕਾਰਨ ਇਹਨਾਂ ਦਾ ਜ਼ਿਕਰ ਕਰ ਰਹੀ ਹਾਂ ਕਿ ਇਹ ਆਪਣੇ ਲੋਕਾਂ ਲਈ ਇੱਕ ਹੀਰੋ ਸਨ, ਪਰ ਦੂਜਿਆਂ ਲਈ ਜਿਨ੍ਹਾਂ ਦੇ ਅੱਖਾਂ 'ਚ ਚੁੱਭਦੇ ਸਨ, ਉਹਨਾਂ ਲਈ ਇਹ ਬਾਗੀ ਸਨ, ਅੱਤਵਾਦੀ ਸਨ, ਮਾਰ ਮੁਕਾਉਣ ਦੀਆਂ ਗੱਲਾਂ ਚੱਲਦੀਆਂ ਸੀ ਕਿਉਂਕਿ ਹੁਕਮਰਾਨਾਂ ਦੇ ਅੱਖਾਂ ਵਿੱਚ ਰੜਕਦੇ ਸਨ। ਯਾਨੀ ਅਸਲ ਜੇ ਝਾਤ ਸਾਰੇ ਪਾਸੇ ਵੱਲ ਤੁਸੀਂ ਮਾਰਨੀ ਚਾਹੋ ਕਿ ਇਜ਼ਰਾਈਲ ਨੂੰ ਅੱਜ ਤੱਕ ਹੱਲਾਸ਼ੇਰੀ ਦਿੰਦੇ ਆ, ਸ਼ਾਬਾਸ਼, ਕਮਾਲ ਕਰ ਦਿੱਤਾ ਕਿ ਉਹਨਾਂ ਨੇ ਪੈਲਸਟੀਨੀਅਨ ਜਿਹੜਾ ਸੀ ਹਮਾਸ, ਕਿਵੇਂ ਉਹਨੂੰ ਯਾਨੀ ਉਹਨੂੰ ਮਾਰਿਆ, ਜਾਂ ਜਿਵੇਂ ਵੀ ਉਹ ਜਿਹੜੇ ਆਪਣੇ ਦੁਸ਼ਮਣ ਜਿਨ੍ਹਾਂ ਨੂੰ ਮੰਨਦੇ ਨੇ ਦੂਜੇ ਮੁਲਕਾਂ ਵਿੱਚ ਜਾ ਕੇ ਮਾਰ ਮੁਕਾਉਂਦੇ ਨੇ, ਸੋ ਉਹਨਾਂ ਨੂੰ ਇੱਕ ਦੁਨੀਆ ਸ਼ਾਬਾਸ਼ੀ ਕਰਦੀ ਹੈ, ਅਮਰੀਕਾ ਉਹਨਾਂ ਨੂੰ ਸ਼ਾਬਾਸ਼ੀ, ਉਹਨਾਂ ਦੇ ਪਿੱਠ ਤੇ ਖੜ ਜਾਂਦਾ, ਬਿਲਕੁਲ ਠੀਕ ਕਰ ਰਹੇ ਹੋ। ਤਾਂ ਇਹ ਚੀਜ਼ਾਂ ਜੋ ਦੁਨੀਆ ਭਰ ਵਿੱਚ ਚਲਦੀਆਂ ਆ ਰਹੀਆਂ, ਜੇ ਆਪਣੀ ਅੰਦਰ ਝਾਤ ਮਾਰੀਏ ਤਾਂ ਸਾਡਾ ਹੀ ਵੀਰ ਸ਼ਹੀਦ ਭਗਤ ਸਿੰਘ, ਉਹ ਸਾਡੇ ਲਈ ਸ਼ਹੀਦ ਪਰ ਕਿਸੇ ਲਈ ਬਾਗੀ ਵੀ। ਸੋ ਮਤਲਬ ਇਹ ਸੀ ਕਿ ਕੋਈ ਜੋ ਲੋਕ ਹੱਕਾਂ ਲਈ ਜੂਝਦਾ ਹੋਵੇ, ਲੜਦਾ ਹੋਵੇ, ਉਹ ਹਮੇਸ਼ਾ ਰੜਕਦਾ ਜੇ ਰਾਜ ਕਰਨ ਵਾਲਿਆਂ ਦੀਆਂ ਨਜ਼ਰਾਂ ਵਿੱਚ, ਉਹਨਾਂ ਲਈ ਉਹ ਹਮੇਸ਼ਾ ਹੀ ਇੱਕ ਅੱਤਵਾਦੀ ਹੀ ਨਜ਼ਰ ਰਹੇਗਾ। ਇਸੇ ਢੰਗ ਨਾਲ ਇੱਕ ਅਹਿਮ ਨੁਕਤਾ ਜੋ ਮੈਂ ਅੱਜ ਸਾਂਝਾ ਕਰਨਾ ਚਾਹੁੰਦੀ ਸਾਂ ਕਿ ਆਖਰ ਕੋਈ ਇਸ ਢੰਗ ਨਾਲ ਬਗਾਵਤ ਕਿਉਂ ਕਰਦਾ, ਬਾਗੀ ਕਿਉਂ ਬਣਦਾ? ਉਹਨੂੰ ਲੱਗਦਾ ਇਹੋ ਹੈ ਕਿ ਮੇਰੇ ਜਾਂ ਮੇਰੇ ਨਾਲਦਿਆਂ ਦੇ ਹੱਕ ਖੋਏ ਜਾ ਰਹੇ ਨੇ, ਉਹਨਾਂ ਨੂੰ ਨਪੀੜਿਆ ਜਾ ਰਿਹਾ, ਉਹਨਾਂ ਦਾ ਇਸ ਕਦਰ ਸ਼ੋਸ਼ਣ ਹੋ ਰਿਹਾ ਕਿ ਜੇ ਹੁਣ ਆਵਾਜ਼ ਨਾ ਚੁੱਕੀ ਤਾਂ ਸ਼ਾਇਦ ਸਾਡੀ ਹੋਂਦ ਸਮਾਪਤ ਹੋ ਜਾਏਗੀ। ਕੋਈ ਵਿਰਲਾ ਹੁੰਦਾ ਜੇ ਜੋ ਇਸ ਤਰੀਕੇ ਖੜਾ ਹੁੰਦਾ ਜੇ, ਜ਼ੁਲਮ ਦੇ ਵਿਰੁੱਧ ਆਵਾਜ਼ ਚੁੱਕਦਾ ਜੇ,
ਉਹ ਆਪਣਾ ਆਪ ਵਕਤ ਦਿੰਦਾ ਜੇ ਕਿ ਮੈਂ ਖਤਮ ਹੋ ਜਾਵਾਂ ਪਰ ਮੈਂ ਆਪਣੇ ਲੋਕਾਂ ਦੀ ਆਵਾਜ਼ ਬਣ ਸਕਾਂ, ਉਹਨਾਂ ਦੇ ਹੱਕਾਂ ਲਈ ਜੂਝ ਸਕਾਂ। ਇਹ ਢੰਗ ਹੁੰਦਾ ਜੇ ਜਦੋਂ ਕੋਈ ਬਗਾਵਤ ਉੱਠਦੀ ਜੇ। ਮੈਂ ਫਿਰ ਦੁਹਰਾ ਦਿਆਂ ਕਿ ਉਹ ਆਪਣੇ ਲੋਕਾਂ ਦਾ ਹੀਰੋ ਹੁੰਦਾ ਜੇ, ਉਹਨਾਂ ਲਈ ਸ਼ਹੀਦ ਮੰਨਿਆ ਜਾਂਦਾ ਜੇ, ਉਹ ਇਤਿਹਾਸ ਸਿਰਜਦਾ ਜੇ। ਪਰ ਜਦੋਂ ਸਰਕਾਰਾਂ ਲਿਖਦੀਆਂ ਨੇ ਉਹਦਾ ਇਤਿਹਾਸ, ਉਹਦੇ ਵਿੱਚੋਂ ਹਮੇਸ਼ਾ ਲਈ ਬਾਗੀ ਰਹਿ ਜਾਂਦਾ ਜੇ, ਉਹਦੇ ਵਿੱਚ ਉਹਨੂੰ ਅੱਤਵਾਦੀ ਹੀ ਦਰਸਾਇਆ ਜਾਂਦਾ ਜੇ। ਪਰ ਇਹ ਮਾਇਨੇ ਨਹੀਂ ਰੱਖਦਾ, ਕਿਉਂਕਿ ਦੁਨੀਆ ਜਿਹੜੀ ਇਤਿਹਾਸ ਸਾਂਭਣ ਵਾਲੀ ਆਮ ਲੋਕ ਨੇ ਉਹ ਵੱਡੀ ਗਿਣਤੀ 'ਚ ਹੁੰਦੇ ਨੇ, ਪਰ ਇਹ ਲਿਖਣ ਵਾਲੇ ਜਿਹੜਾ ਨੇ ਮਾਰ ਖੱਪ ਦੋਨਾਂ ਨਹੀਂ ਜਾਣਾ, ਪਰ ਇਹਨਾਂ ਦੀਆਂ ਲਿਖੀਆਂ ਚੀਜ਼ਾਂ ਉਹ ਆਮ ਲੋਕ ਜਜ਼ਬ ਨਹੀਂ ਕਰਦੇ, ਉਹ ਆਪਣੇ ਹਿਸਾਬ ਦਾ ਇਤਿਹਾਸ ਸਾਂਭਦੇ ਨੇ ਆਪਣੇ ਮਨਾਂ ਵਿੱਚ। ਹੁਣ ਇਸੇ ਤਰੀਕੇ ਜੇ ਅੱਜ ਅਸੀਂ ਕਹਿੰਦੇ ਆ ਕਿ ਭਾਰਤ ਅੰਦਰ ਇੱਕ ਆਵਾਜ਼ ਉੱਠੀ ਇੱਕ ਗਰੁੱਪ ਵੱਲੋਂ ਜਿਹੜੀ ਹਿੰਦੂ ਰਾਸ਼ਟਰ ਨੂੰ ਯਾਨੀ ਅੱਗੇ ਵਧਾਉਣ ਦੀ ਗੱਲ ਕਰਦੇ, ਜਿਹੜੇ ਜ਼ਿਕਰ ਕਰਦੇ ਨੇ ਕਿ ਅਸੀਂ ਸਿੱਖ ਮਾਰ ਮੁਕਾਵਾਂਗੇ ਜਾਂ ਇਸ ਤਰੀਕੇ ਦੀ ਆਵਾਜ਼ ਚੁੱਕਦੇ ਨੇ, ਮੈਂ ਉਹ ਦੁਹਰਾਉਣਾ ਨਹੀਂ ਚਾਹੁੰਦੀ, ਯਾਨੀ ਕਿ ਨਫ਼ਰਤੀ ਸੁਰ ਉਜਾਗਰ ਕਰ ਰਹੇ ਨੇ। ਤਾਂ ਦੂਜੇ ਪਾਸੇ ਜੇ ਸਾਡੇ 7 ਸਮੁੰਦਰੋਂ ਪਾਰ ਇਹੋ ਜਿਹੀ ਆਵਾਜ਼ ਉੱਠੇ ਕਿ ਜੇ ਭਾਈ ਕੋਈ ਸਾਡੇ ਨਿੱਜਰ ਵੀਰ ਨੂੰ ਜਿਸਨੇ ਮਾਰਿਆ ਤੇ ਜੇ ਉਹਦੇ ਕੋਈ ਖਿਲਾਫ ਬੋਲਦਾ ਜੇ ਅੱਜ, ਤਾਂ ਉਹਨਾਂ ਨੂੰ ਇਹ ਧਰਤੀ ਛੱਡ ਦੇਣੀ ਚਾਹੀਦੀ ਹੈ ਜਾਂ ਅਸੀਂ ਉਹਨਾਂ ਨੂੰ ਮਾਰ ਮੁਕਾਵਾਂਗੇ। ਤਾਂ ਫਿਰ ਮੇਰੀ ਤਾਂ ਹੱਥ ਜੋੜ ਕੇ ਬੇਨਤੀ ਹੈ ਕਿ ਦੱਸੋ ਦੋਨਾਂ ਪਾਸਿਆਂ ਦੇ ਵਿੱਚ ਨਫ਼ਰਤ ਕਿਸ ਪਾਸਿਓਂ ਘੱਟ ਦਿਸ ਰਹੀ। ਜੇ ਇੱਕ ਪਾਸੇ ਨੂੰ ਅਸੀਂ ਮਾੜਾ ਕਹਿ ਰਹੇ ਹਾਂ ਕਿ ਨਫ਼ਰਤੀ ਆਵਾਜ਼ ਹੈ, ਤਾਂ ਦੂਜੇ ਪਾਸੇ ਜੇ ਉਹੀ ਜਵਾਬ ਨਫ਼ਰਤ ਨਾਲ ਹੀ ਹੋਏਗਾ ਤਾਂ ਫਿਰ ਤਾਂ 2000 ਸਾਲ ਤੋਂ ਉੱਪਰ ਦੇ ਸਾਡੇ ਕੋਲ ਇਤਿਹਾਸ ਨੇ, ਇਤਿਹਾਸਕ ਤੱਥ, ਜਿਨ੍ਹਾਂ ਵਿੱਚ ਨਫ਼ਰਤਾਂ, ਇਹ ਜੰਗਾਂ ਦੇ ਇਤਿਹਾਸ ਦੇ ਵਿੱਚ ਆਮ ਲੋਕ ਹੀ ਮਾਰੇ ਗਏ ਨੇ, ਸਿਆਸਤਦਾਨ ਨਹੀਂ ਮਾਰੇ ਜਾਂਦੇ। ਇਹ ਇਸੇ ਤਰ੍ਹਾਂ ਹੀ ਰਾਜ ਕਰਦੇ ਰਹਿੰਦੇ ਨੇ, ਉਹਨਾਂ ਦੀਆਂ ਪੁਸ਼ਤਾਂ ਅੱਗੋਂ ਤੁਰਦੀਆਂ ਰਹਿੰਦੀਆਂ ਨੇ, ਪਰ ਆਮ ਲੋਕ ਖਤਮ ਹੋ ਜਾਂਦੇ ਨੇ, ਉਹਨਾਂ ਦੀਆਂ ਭੁੱਖਾਂ ਖਤਮ, ਘਰ-ਬਾਰ ਖਤਮ, ਉਹਨਾਂ ਦਾ ਸਭ ਕੁਝ ਇਸ ਨਫ਼ਰਤੀ ਅੱਗ ਦੇ ਵਿੱਚ ਝੁਲਸ ਜਾਂਦਾ। ਇਹ ਜਿਹੜੇ ਖੜੇ ਕੀਤੇ ਜਾਂਦੇ ਨੇ ਨਫ਼ਰਤੀ ਸੁਰਾਂ ਵਾਲੇ ਲੋਕ, ਇਹ ਦਰਅਸਲ ਹੁੰਦੇ ਸਿਆਸਤਦਾਨਾਂ ਵੱਲੋਂ ਹੀ ਪਾਲੇ ਜਾਂਦੇ ਲੋਕ ਹੁੰਦੇ ਨੇ, ਜਿਹੜੇ ਆਪਣੇ ਹੱਕ ਦੇ ਹਿਸਾਬ ਨਾਲ ਲੋਕਾਂ ਦੇ ਹੱਕ ਖੋਹਣ ਲਈ ਇਹੋ ਜਿਹੇ ਜ਼ਰੀਏ ਤਿਆਰ ਕਰਕੇ ਭੇਜ ਦਿੰਦੇ ਨੇ ਕਿ ਸਾਡਾ ਰਾਜ ਕਿਤੇ ਇਸੇ ਤਰ੍ਹਾਂ ਟਿਕਿਆ ਰਵੇ ਤੇ ਲੋਕਾਂ ਨੂੰ ਅਸੀਂ ਕਿਸੇ ਨਾ ਕਿਸੇ ਢੰਗ ਨਾਲ ਮੂਰਖ ਬਣਾਉਂਦੇ ਰਹੀਏ। ਜੀ ਮੈਮ, ਬਿਲਕੁਲ। ਤਾਂ ਮੈਮ, ਜਿਸ ਹਿਸਾਬ ਦੇ ਨਾਲ ਤੁਸੀਂ ਗਰੁੱਪਿਜ਼ਮ ਦੀ ਗੱਲ ਕੀਤੀ ਆ, ਤਾਂ ਗਰੁੱਪਿਜ਼ਮ ਵਾਕਈ ਹੀ ਵੱਧਦਾ ਜਾ ਰਿਹਾ ਹੈ। ਤਾਂ ਪੰਜਾਬ ਤੋਂ, ਭਾਰਤ ਤੋਂ ਜਦ ਕੋਈ ਆਪਣਾ ਭਵਿੱਖ ਸੁਰੱਖਿਅਤ ਕਰਨ ਦੇ ਲਈ ਬਾਹਰਲੇ ਮੁਲਕਾਂ ਦੇ ਵਿੱਚ ਚਲਾ ਜਾਂਦਾ ਹੈ, ਤਾਂ ਆਪਣੀ ਤਾਂ ਪੰਜਾਬੀ ਤੇ ਭਾਰਤੀ ਬਹੁਤ ਵੱਡੀ ਮਾਤਰਾ ਦੇ ਵਿੱਚ ਕੈਨੇਡਾ 'ਚ ਰਹਿੰਦੇ ਨੇ। ਤਾਂ ਕਈ ਤਾਂ ਅਜਿਹੇ ਨੇ ਜੋ ਸਭ ਕੁਝ ਵੇਚ ਵੱਟ ਕੇ ਉੱਥੇ ਚਲੇ ਗਏ ਨੇ, ਪਰ ਹੁਣ ਜੋ ਸੋਸ਼ਲ ਮੀਡੀਆ ਤੇ ਗੱਲਾਂ ਵਾਇਰਲ ਹੋ ਰਹੀਆਂ ਨੇ, ਇੱਧਰੋਂ ਉੱਧਰੋਂ ਸਰਕਾਰਾਂ ਦੀਆਂ ਬਿਆਨਬਾਜ਼ੀਆਂ ਚੱਲ ਰਹੀਆਂ ਨੇ, ਉਹਨਾਂ ਨੂੰ ਦੇਖ ਕੇ ਤਾਂ ਉਹਨਾਂ ਲੋਕਾਂ ਨੂੰ ਵੀ ਇਹ ਡਰ ਲੱਗਣ ਲੱਗ ਗਿਆ ਕਿ ਅਸੀਂ ਆਖਿਰਕਾਰ ਹੁਣ ਜਾਵਾਂਗੇ ਤਾਂ ਕਿੱਧਰ ਜਾਵਾਂਗੇ। ਬਿਲਕੁਲ, ਦੇਖੋ ਦੋਨੋਂ ਪਾਸੇ ਦੇ ਵਿੱਚ ਹੀ ਬਰਾਬਰ ਦੀ ਇਹ ਸੱਟ ਵੱਜੀ ਜਾਏਗੀ, ਕਿਉਂਕਿ ਮਲਟੀ ਬਿਲੀਅਨ ਡਾਲਰ ਦਾ ਟ੍ਰੇਡ ਦੋਨੋਂ ਪਾਸੇ ਤੁਰਦਾ ਪਿਆ ਜੇ ਇੰਡੀਆ ਤੇ ਕੈਨੇਡਾ ਦਾ। ਜੇ ਕੈਨੇਡਾ ਦੀ ਅੱਜ ਗੱਲ ਕਰੀਏ ਤਾਂ ਉਹਨਾਂ ਦੀ ਜਿਸ ਤਰੀਕੇ ਦੀ ਡਿਵੈਲਪਮੈਂਟ ਉਸ ਮੁਲਕ ਵਿੱਚ ਹੋਈ ਹੈ, ਜਿਸ ਤਰ੍ਹਾਂ ਦੀ ਉਹਨਾਂ ਦੀ ਇਕੋਨਮੀ ਉੱਤੇ ਹੋਈ ਜੇ, ਉਹਦੇ ਵਿੱਚ ਬਹੁਤ ਵੱਡਾ ਰੋਲ ਦਾ ਉਹਦੇ ਚ ਵੇਖਿਆ ਜਾ ਸਕਦਾ ਹੈ, ਜਿਹੜੇ ਨਾ ਸਿਰਫ ਉੱਥੋਂ ਦੇ ਮੁਲਕ ਦੀ ਤਰੱਕੀ ਵਾਸਤੇ ਚੋਟੀ ਦੇ ਉੱਥੇ ਦੇ ਡਾਕਟਰ, ਇੰਜੀਨੀਅਰ, ਉੱਥੋਂ ਦੇ ਪੋਲੀਟੀਕਲ ਫਿਗਰਸ ਬਣ ਕੇ, ਜਿਸ ਢੰਗ ਨਾਲ ਤਗੜੇ ਬਿਜ਼ਨਸਮੈਨ ਬਣ ਕੇ ਉੱਥੇ ਮੁਲਕ ਨੂੰ ਅਗਾਂਹ ਲਿਜਾ ਰਹੇ ਨੇ, ਉਸੇ ਦੇ ਨਾਲ ਨਾਲ ਹੋਰਨਾਂ ਮੁਲਕਾਂ ਦੇ ਨਾਲ ਜਿਸ ਤਰੀਕੇ ਦੀ ਸਾਂਝ ਗੰਢ ਰਹੇ ਨੇ। ਤੇ ਫਿਰ ਜੇ ਉਹਨਾਂ ਮੁਲਕਾਂ ਪਿੱਛੇ ਉਹਨਾਂ ਸਾਰਿਆਂ ਦਾ ਇਤਿਹਾਸ ਵੇਖੀਏ, ਵਿਸ਼ਵ ਜੰਗਾਂ ਵਿੱਚ ਸਭ ਤੋਂ ਵੱਧ ਕੁਰਬਾਨੀਆਂ, ਸਭ ਤੋਂ ਵੱਧ ਸ਼ਹੀਦੀਆਂ ਪ੍ਰਾਪਤ ਕਰਨ ਵਾਲੇ ਪੰਜਾਬੀ ਸਨ। ਤਾਂ ਇਹ ਸਾਰੇ ਜੇ ਅਸੀਂ ਤਾਲਮੇਲ ਬਿਠਾਈਏ ਦੇ ਵਿੱਚ ਅਹਿਮ ਨੁਕਤਾ ਇਹ ਵੀ ਜੇ ਅੱਜ ਕੈਨੇਡਾ ਆਪਣੇ ਆਪ ਨੂੰ ਬਿਲਕੁਲ ਸਾਫ਼ ਸੁਥਰਾ ਮੰਨ ਕੇ ਅਗਾਂਹ ਆ ਰਿਹਾ ਹੈ, ਤਾਂ ਜ਼ਰਾ ਧਿਆਨ ਕਰਿਓ ਇਹਨਾਂ ਦੇ ਅਸਲ ਐਬੋਰੀਜਨਲਸ ਕੌਣ ਸਨ। ਕੈਨੇਡਾ ਉੱਤੇ ਇਸ ਵੇਲੇ ਕਾਬਜ਼ ਹੋਣ ਵਾਲੇ ਜਿਹੜੇ ਉੱਥੋਂ ਦੇ ਆਪਣੇ ਆਪ ਨੂੰ ਕੈਨੇਡੀਅਨ ਕਹਿੰਦੇ ਨੇ, ਉਹਨਾਂ ਨੇ ਆਪਣੇ ਇੱਥੋਂ ਦੇ ਅਸਲ ਵਸਨੀਕਾਂ ਨੂੰ ਕਿਵੇਂ ਨਸ਼ੇ ਦੇ ਵਿੱਚ ਲਾ ਕੇ ਖਤਮ ਕੀਤਾ, ਕਿਵੇਂ ਉਹਨਾਂ ਨੂੰ ਸੀਮਤ ਥਾਂ ਵਿੱਚ ਤੁੰਨ ਦਿੱਤਾ, ਇਹ ਅਸਲੀਅਤ
ਸੀ ਤੇ ਕਿਵੇਂ ਪੰਜਾਬੀ ਜਦੋਂ ਗਏ ਸੀ ਢੰਗ ਨਾਲ ਉਹਨਾਂ ਨੂੰ ਉੱਥੇ ਮਾਰਿਆ ਗਿਆ, ਸ਼ਹੀਦ ਕੀਤਾ ਗਿਆ, ਕਿਵੇਂ ਧੱਕੇ ਉਹਨਾਂ ਦੇ ਨਾਲ ਹੋਏ, ਕਿੰਨੀ ਔਖਿਆਈ ਨਾਲ ਉਹ ਉਹਨਾਂ ਤੇ ਵੱਸ ਕੇ ਫਿਰ ਆਪਣੇ ਮਿਹਨਤ ਨਾਲ ਖੜੇ ਹੋਏ, ਜੋ ਵੀ ਉਹਨਾਂ ਨੇ ਅੱਜ ਤਿਆਰ ਕੀਤਾ ਹੈ, ਹੱਡ ਭੰਨਵੀਂ ਮਿਹਨਤ ਸੀ, ਕਿਵੇਂ ਜਾਨਾਂ ਵਾਰ ਕੇ ਉੱਥੇ ਉਹ ਖੜੇ ਹੋਏ ਨੇ। ਯਾਨੀ ਕੈਨੇਡਾ ਨੂੰ ਇਸ ਤਰੀਕੇ ਅਗਾਂਹ ਲਿਜਾਉਣ ਵਿੱਚ ਇਹ ਅਹਿਮ ਰੋਲ ਭਾਰਤੀਆਂ ਦਾ ਤੇ ਜਿਹਦੇ ਵਿੱਚ ਖਾਸ ਤੌਰ ਤੇ ਪੰਜਾਬੀਆਂ ਦਾ ਭੁਲਾਇਆ ਨਹੀਂ ਜਾ ਸਕਦਾ। ਬਿਲਕੁਲ ਇੰਝ ਹੀ ਜੀ ਅੱਜ ਦੇ ਦਿਨ ਜਿੰਨੇ ਵੱਡੀ ਗਿਣਤੀ ਵਿੱਚ ਮਾਵਾਂ ਆਪਣੇ ਦਿਲਾਂ ਤੇ ਪੱਥਰ ਰੱਖ ਕੇ ਭੇਜ ਰਹੀਆਂ ਨੇ ਜਵਾਨ ਪੁੱਤ, ਤਾਂ ਉਹ ਸਾਰਾ ਪੈਸਾ ਆਖਰ ਕਿਸ ਮੁਲਕ ਵਿੱਚ ਜਾ ਰਿਹਾ ਜੀ? ਉਹ ਮੁਲਕ ਦੀ ਤਰੱਕੀ ਉਸੇ ਤਰੀਕੇ ਕਿ ਹਜ਼ਾਰਾਂ ਲੱਖਾਂ ਦੀ ਗਿਣਤੀ ਵਿੱਚ ਜਿਹੜੇ ਸਾਡੇ ਵਿਦਿਆਰਥੀ ਜਾ ਰਹੇ ਨੇ, ਉਹ ਇੱਥੋਂ ਦਾ ਪੈਸਾ ਉਸ ਮੁਲਕ ਨੂੰ ਦੇ ਰਹੇ ਨੇ। ਪਰ ਜਦੋਂ ਤੁਸੀਂ ਇੱਕਦਮ ਇਹ ਕਹਿ ਦਿਓਗੇ ਕਿ ਸਭ ਕੁਝ ਬੰਦ, ਮੇਲ ਜੋਲ ਖਤਮ, ਤਾਂ ਉਹ ਮਾਂ ਦੇ ਹੰਝੂ ਕਿਹਨੇ ਪੂੰਝਣੇ ਨੇ? ਜਿਹਦੇ ਫਰਜ਼ ਕਰੋ ਦੋ ਪੁੱਤਰ ਨੇ, ਦੋਨੋਂ ਬਾਹਰ ਨੇ ਉੱਥੇ, ਤੇ ਉਹ ਨਾ ਉਹਨਾਂ ਕੋਲ ਇੱਧਰ ਆਉਣ ਦਾ ਜ਼ਰੀਆ ਨਹੀਂ ਉਹਨਾਂ ਕੋਲ ਜਾ ਸਕੇ। ਉਹ ਮਾਂ ਇੱਕ ਨਹੀਂ, ਅਣਗਿਣਤ ਨੇ। ਇਸੇ ਤਰ੍ਹਾਂ ਕੋਈ ਪਿਓ ਬਜ਼ੁਰਗ ਹੋਏਗਾ ਜਿਹੜਾ ਜਾਣ ਵਾਲਾ। ਪਰ ਦੂਜੇ ਪਾਸੇ ਝਾਤ ਮਾਰਿਓ ਕਿ ਜੇ ਆਣਾ ਇੱਥੇ ਰੋਕ ਦਿੱਤਾ ਗਿਆ ਤਾਂ ਕੀ ਉਹ NRI ਵੀਰ ਭੈਣ ਜਿਹੜੇ ਉਧਰੋਂ ਇੱਧਰ ਆਉਂਦੇ ਸਨ, ਜਿਸ ਮੋਹ ਦੇ ਖਿੱਚੇ ਤੁਰੇ ਆਉਂਦੇ ਸਨ, ਕਿ ਉਹਨਾਂ ਨੇ ਇੱਥੋਂ ਦੇ ਕਲਚਰਲ, ਇਕਨੋਮਿਕ, ਪੋਲੀਟੀਕਲ, ਸੋਸ਼ਲ ਹਰ ਪਾਸੇ ਕੀ ਉਹਨਾਂ ਨੇ ਸਾਂਝ ਨਹੀਂ ਪਾਈ? ਕਿ ਇੱਥੇ ਆ ਕੇ ਉਹਨਾਂ ਨੇ ਗਰੀਬ ਬੇਟੀਆਂ ਦੇ ਵਿਆਹ ਨਹੀਂ ਕੀਤੇ? ਕਿ ਉਹਨਾਂ ਨੇ ਸਕੂਲਾਂ ਦੇ ਵਿੱਚ ਜਿੱਥੇ ਕੁਛ ਵੀ ਨਹੀਂ ਸੀ ਇੱਥੇ, ਉਹਨਾਂ ਥਾਵਾਂ ਤੇ ਆਪਣੇ ਪੱਲਿਓਂ ਪੈਸੇ ਲਾ ਕੇ ਨਾ ਸਿਰਫ ਬੈਂਚ ਰਖਾਏ, ਗੁਸਲਖਾਰੇ, ਪੀਣ ਦਾ ਪਾਣੀ ਮੁਹੱਈਆ ਕਰਵਾ, ਇਹੋ ਜਿਹੇ ਕੀ ਉਹਨਾਂ ਨੇ ਯਤਨ ਨਹੀਂ ਕੀਤੇ? ਕਿ ਉਹਨਾਂ ਨੇ ਇੱਥੇ ਆ ਕੇ ਸਪੋਰਟਸ ਦੇ ਲਈ ਕਿੰਨੀਆਂ ਥਾਵਾਂ ਤੇ ਅਸੀਂ ਦੇਖਦੇ ਹਾਂ ਉਹ ਆ ਕੇ ਆਰਗੇਨਾਈਜ਼ ਕਰਦੇ ਰਹੇ, ਕਿਸ ਢੰਗ ਨਾਲ ਇੱਥੋਂ ਦੇ ਬੱਚਿਆਂ ਨੂੰ ਖੇਡਾਂ ਵੱਲ ਪ੍ਰੋਤਸਾਹਿਤ ਕੀਤਾ, ਆਪ ਮੈਚ ਕਰਵਾਉਂਦੇ ਰਹੇ। ਇਹ ਸਾਰਾ ਕੁਝ ਜੇ ਪੈਸਾ ਵਾਪਸ ਲੱਗਦਾ ਰਿਹਾ, ਫਿਰ ਇਹ ਉਹੀ ਸਾਡੇ ਹੀ NRI ਵੀਰ ਸਨ, NRI ਭੈਣਾਂ ਸਨ, ਜਿਨ੍ਹਾਂ ਦਾ ਇੱਕ ਮੋਹ ਸੀ, ਮੋਹ ਦੀਆਂ ਤੰਦਾਂ ਸਨ, ਜਿਹੜੀਆਂ ਇੱਥੇ ਜੁੜੀਆਂ ਸਨ ਕਿ ਉਹ ਆਪਣੀ ਬਚਪਨ ਦੀ ਯਾਦ ਲੱਭਣ ਆਉਂਦੇ ਸਨ। ਉਹੀ ਖੁਸ਼ਬੂ ਜੋ ਦੋਸਤਾਂ ਨਾਲ ਮਹਿਕਦੀਆਂ ਯਾਦਾਂ ਨੂੰ ਦੁਬਾਰਾ ਉਸੇ ਤਰ੍ਹਾਂ ਰੰਗੀਨ ਕਰਨ ਆਉਂਦੇ ਸਨ। ਉਹੀ ਸੀ ਰਾਹ ਜਿੱਥੇ ਇਹ ਸਾਂਝ ਦੋ ਮੁਲਕਾਂ ਦੀ ਜ਼ਿਆਦਾ ਹੋਣੀ ਸੀ। ਅਸੀਂ ਉਹ ਰਾਹ ਜੇ ਬੰਦ ਕਰ ਰਹੇ ਹਾਂ ਤਾਂ ਮੈਂ ਤਾਂ ਇਹੋ ਕਿ ਦੋਨਾਂ ਮੁਲਕਾਂ ਦੇ ਸਿਰਫ ਰਾਜ ਕਰਨ ਵਾਲਿਆਂ ਦੀ ਆਪਣੀ ਈਗੋ ਜਿਹੜੇ ਆਮ ਲੋਕਾਂ ਨੂੰ ਉਸੇ ਤਰ੍ਹਾਂ ਹੀ ਮੂਰਖ ਬਣਾ ਰਹੇ ਨੇ, ਜਿਨ੍ਹਾਂ 'ਚ ਅਸੀਂ ਮੂਰਖਾਂ ਦੀ ਲਿਸਟ ਦੇ ਟੌਪ ਤੇ ਹੋਵਾਂਗੇ ਕਿ ਆਪੋ ਆਪਣੇ ਸਿਆਸਤਦਾਨਾਂ ਨੂੰ ਕਿ ਉਹਨਾਂ ਨੇ ਰਾਜ ਕਰਨਾ, ਆਪਣੀ ਵਾਹਵਾਹੀ ਖੱਟਣੀ ਹੈ। ਤੇ ਅਸਲ ਤਾਂ ਫਿਰ ਮਾਰੇ ਆਮ ਹੀ ਲੋਕ ਜਾਣਗੇ, ਜਿਨ੍ਹਾਂ ਦੇ ਇਸ ਤਰੀਕੇ ਦੇ ਡੂੰਘੇ ਰਿਸ਼ਤੇ ਟੁੱਟ ਜਾਣਗੇ। ਮੈਮ ਬਿਲਕੁਲ, ਤਾਂ ਗੱਲ ਭਾਵੇਂ 1947 ਦੀ ਹੋਵੇ, ਗੱਲ ਭਾਵੇਂ 84 ਦੀ ਹੋਵੇ, ਗੱਲ ਭਾਵੇਂ 92 ਦੀ ਹੋਵੇ, ਜਾਂ ਗੱਲ ਕਿਸੇ ਵੀ ਦੰਗਿਆਂ ਦੀ ਹੋਵੇ, ਆਮ ਲੋਕ ਹੀ ਇਹਨਾਂ ਚੀਜ਼ਾਂ ਦਾ ਸ਼ਿਕਾਰ ਹੁੰਦੇ ਨੇ। ਇਹ ਰਾਜਨੀਤਿਕ ਲੀਡਰ ਨੇ ਜੋ ਕਿ ਇੱਕ ਅੰਗਾਰੀ ਬਾਲ ਕੇ ਛੱਡ ਦਿੰਦੇ ਨੇ, ਪਰ ਭੁਗਤਣਾ ਤਾਂ ਆਮ ਲੋਕਾਂ ਨੂੰ ਹੀ ਪੈਂਦਾ। ਤਾਂ ਹੁਣ ਲੋਕਾਂ ਦੇ ਮਨਾਂ ਦੇ ਵਿੱਚ ਬੇਹੱਦ ਡਰ ਬਣਿਆ ਹੋਇਆ ਕਿ ਆਉਣ ਵਾਲਾ ਮਾਹੌਲ ਕਿੱਦਾਂ ਦਾ ਹੋਵੇਗਾ। ਤੁਹਾਨੂੰ ਕੀ ਲੱਗਦਾ ਹੈ ਕਿ ਜਿਸ ਹਿਸਾਬ ਦੇ ਹਾਲਾਤ ਬਣੇ ਹੋਏ ਨੇ, ਕੀ ਪੰਜਾਬ ਦੇ ਤੇ ਭਾਰਤ ਦੇ ਮਾਪੇ ਨੇ ਜਿਹੜੇ ਉਹ ਆਪਣੇ ਬੱਚਿਆਂ ਨੂੰ ਬਾਹਰਲੇ ਮੁਲਕਾਂ ਦੇ ਵਿੱਚ ਭੇਜਣਗੇ? ਬਿਲਕੁਲ ਇੱਕ ਡਰ ਤੇ ਭੈ ਦਾ ਮਾਹੌਲ ਪੈਦਾ ਕਰ ਦਿੱਤਾ। ਪਰ ਮੈਂ ਇਹਨਾਂ ਮੁਲਕਾਂ ਵਾਲਿਆਂ ਨੂੰ ਇਸੇ ਲਈ ਯਾਦ ਕਰਵਾਉਣਾ ਚਾਹ ਰਹੀ ਸੀ ਕਿ ਭਾਈ ਵਿਸ਼ਵ ਜੰਗਾਂ ਵਿੱਚ ਇਹੀ ਸਨ ਜਿਨ੍ਹਾਂ ਨੂੰ ਅੱਜ ਇੱਕ ਤਖਤੀ ਫੱਟੇ ਦੇ ਉੱਤੇ ਲੱਗ ਕੇ ਉਹਨਾਂ ਦੇ ਮੱਥੇ ਤੇ ਲਾ ਦਿੱਤੀ ਕਿ ਜਿਹੜਾ ਵੀ ਕੋਈ ਸਿੱਖ ਹੋਏਗਾ ਜਾਂ ਜਿਹੜਾ ਵੀ ਕੋਈ ਪੰਜਾਬ ਤੋਂ ਆਇਆ ਹੋਏਗਾ ਉਹ ਸਿਰਫ ਤੇ ਸਿਰਫ ਖਾਲਿਸਤਾਨੀ ਹੈ। ਕਮਾਲ ਹੀ ਹੋ ਗਈ। ਯਾਨੀ ਇਹ ਚੀਜ਼ਾਂ ਅਸੀਂ ਭੁੱਲ ਗਏ ਕਿ ਸਾਡੇ ਆਪਣੇ ਮੁਲਕ ਦੇ ਵਿੱਚ ਵੀ, ਭਾਰਤ ਵਿੱਚ ਅੱਜ ਦੇ ਦਿਨ ਵੀ ਜੇ ਨਰਸਰੀ ਗਿਣਨੀ ਜੇ ਨਾ ਪੂਰੇ ਦੇ ਪੂਰੇ ਇਸ ਵੇਲੇ ਫੌਜ ਦੇ ਵਿਚਲੀ, ਤਾਂ ਸਭ ਤੋਂ ਮੋਢੀ ਪੰਜਾਬੀ ਨੇ। ਅੱਜ ਦੇ ਦਿਨ ਦੀ ਖਬਰ ਜੋ ਛਪ ਚੁੱਕੀ, ਮੈਂ ਉਹ ਦੱਸਣਾ ਚਾਹੁੰਦੀ ਹਾਂ ਕਿ ਸਭ ਤੋਂ ਵੱਧ ਪੰਜਾਬੀਆਂ ਦੇ ਟਰੂਪਸ ਨੇ ਜਿਹੜੇ ਇਸ ਵੇਲੇ ਫੌਜ ਵਿੱਚ ਮੋਹਰੀ ਬਣ ਕੇ ਤੇ ਆਪਣੀਆਂ ਜਾਨਾਂ ਕੁਰਬਾਨ ਕਰ ਰਹੇ ਨੇ। ਸਭ ਤੋਂ ਵੱਧ ਸਾਡੀਆਂ ਇੱਥੇ ਸ਼ਹੀਦਾਂ ਦੀਆਂ ਵਿਧਵਾਵਾਂ, ਵੀਰ ਜਿਹੜੀਆਂ ਨੇ, ਸਭ ਤੋਂ ਵੱਧ ਉਹ ਵੀ ਪੰਜਾਬ ਵਿੱਚ ਨੇ। ਤੇ ਫਿਰ ਅੱਗੋਂ ਅਸੀਂ ਗੱਲ ਕਰਦੇ ਹਾਂ ਕਿ ਜਦੋਂ ਤਾਂ ਲੋੜ ਏ ਇਹਨਾਂ ਨੂੰ ਸ਼ਹੀਦ ਕਰਵਾਉਣ ਲਈ ਮੁਲਕਾਂ ਦੇ ਉੱਤੇ, ਫਿਰ ਤਾਂ ਇਹਨਾਂ ਨੂੰ ਸਾਨੂੰ ਲੋੜ ਇਹੀ ਆਉਣ। ਤੇ ਜਦੋਂ ਯਾਨੀ ਕਿਸੇ ਵੀ ਪਾਸਿਓਂ ਲੱਗੇ ਵੀ ਇਹ ਹੁਣ ਇੰਨੇ ਕੁ ਅਗਾਂਹ ਆਉਣ ਲੱਗ ਗਏ ਨੇ, ਇੰਨਾ ਕਿ ਇਹਨਾਂ ਦਾ ਨਾਮ ਵਿਸ਼ਵ ਪੱਧਰ ਤੇ ਇਹ ਹੁਣ
ਵੱਖ ਆਪਣੀ ਪਛਾਣ ਕਾਇਮ ਕਰ ਚੁੱਕੇ ਨੇ। ਇਹਨਾਂ ਦਾ ਪਰਚਮ ਚੋਟੀਆਂ ਤੇ ਲਹਿਰਾਣ ਲੱਗ ਗਿਆ ਜੇ ਤੇ ਉਦੋਂ ਇੱਕ ਤਖਤੀ ਟੰਗ ਦਿੱਤੀ ਜਾਂਦੀ ਏ, ਇਹ ਅੱਤਵਾਦੀ ਨੇ, ਇਹ ਖਾਲਿਸਤਾਨੀ ਨੇ ਤੇ ਸਾਰੇ ਦੇ ਸਾਰੇ ਹੀ। ਫਿਰ ਜਿੰਨੇ ਵੀ ਦੁਨੀਆ ਭਰ ਵਿੱਚ ਕਿਤੇ ਵੀ ਕੋਈ ਸਿੱਖ ਹੋਏਗਾ ਉਹ ਆਪਣੇ ਆਪ ਹੀ ਉਸਨੂੰ ਅਸੀਂ ਇੱਕ ਫੱਟੀ ਇਲਜ਼ਾਮਾਂ ਦੀ ਉਹਦੇ ਮੱਥੇ ਤੇ ਲਾ ਕੇ ਵੱਖ ਕਰ ਦਿਆਂਗੇ। ਜਦਕਿ ਆਮ ਲੋਕਾਂ ਵਿੱਚ, ਮੈਂ ਬਿਲਕੁਲ ਆਮ ਘਰਾਂ ਦੀ ਗੱਲ ਕਰਦੀ ਹਾਂ, ਦੂਜਿਆਂ ਦੀ ਤਾਂ ਛੱਡ ਹੀ ਦਿਆਂ, ਜੇ ਮੈਂ ਆਪਣੀ ਵੀ ਕਰਾਂ ਤਾਂ ਨਵਦੀਪ ਜੀ, ਮੇਰੇ ਨਾਨਾ ਜੀ ਪ੍ਰੋਫੈਸਰ ਸਾਹਿਬ ਸਿੰਘ ਜੀ ਹਿੰਦੂ ਟੱਬਰ ਤੋਂ ਆਏ ਸਨ ਤੇ ਫਿਰ ਉਹ ਆਪ ਆਪਣੀ ਮਰਜ਼ੀ ਨਾਲ ਸਿੱਖ ਬਣੇ ਤੇ ਜਿਸ ਤਰੀਕੇ ਉਹਨਾਂ ਨੇ ਸਿੱਖੀ ਲਈ ਆਪਣੀ ਜਾਨ ਤੱਕ ਵਾਰ ਦਿੱਤੀ ਤਾਂ ਉਹ ਇੱਕ ਵੱਖ ਮਿਸਾਲ ਹੈ। ਪਰ ਮੈਨੂੰ ਇਹ ਦੱਸੋ ਕਿ ਮੇਰਾ ਉਸ ਪਾਸੇ ਦਾ ਅੱਧਾ ਟੱਬਰ ਜੋ ਅਜੇ ਵੀ ਹਿੰਦੂ ਮੱਤ ਨੂੰ ਮੰਨਣ ਵਾਲਾ ਜੇ, ਮੈਂ ਉਸ ਅੱਧੇ ਟੱਬਰ ਨੂੰ ਕਿਵੇਂ ਵੱਢ ਦਿਆਂ? ਮੈਨੂੰ ਉਹਦੇ ਵਿੱਚ ਦੋ ਹੀ ਬਾਹਾਂ ਦਿਸਦੀਆਂ ਨੇ, ਸਭ ਦੀਆਂ ਦੋ ਹੀ ਅੱਖਾਂ ਦਿਸਦੀਆਂ ਨੇ, ਇੱਕ ਨੱਕ ਤੇ ਦੋ ਕੰਨ ਨੇ, ਲਹੂ ਵੀ ਉਸੇ ਰੰਗ ਦਾ ਦੌੜਦਾ ਹੈ, ਪਿਆਰ ਤੇ ਮੁਹੱਬਤ ਵੀ ਇਸੇ ਹੀ ਤਰ੍ਹਾਂ ਦੀ ਜੇ। ਤੇ ਮੈਂ ਅਣਗਿਣਤ ਟੱਬਰਾਂ ਦੇ ਜਾਣਦੀ ਹਾਂ ਜਿਨ੍ਹਾਂ ਨੇ ਆਪਣੇ ਘਰਾਂ ਵਿੱਚ ਪਹਿਲਾ ਪੁੱਤਰ ਸਿੱਖ ਤਬਦੀਲ ਕਰ ਦਿੱਤਾ ਸੀ ਹਿੰਦੂ ਟੱਬਰਾਂ ਨੇ। ਜਾਂ ਇਸ ਤਰ੍ਹਾਂ ਦੀ ਸਾਂਝ ਜੋ ਆਮ ਅਸੀਂ ਰੋਜ਼ ਦੇਖਦੇ ਹਾਂ, ਹਿੰਦੂ ਜਾਂ ਸਿੱਖ ਦਾ ਇਹ ਵਿਤਕਰਾ ਆਮ ਲੋਕਾਂ ਦੇ ਮਨਾਂ ਵਿੱਚ ਨਹੀਂ ਹੈ। ਪਰ ਇਹ ਪਾੜੋ ਤੇ ਰਾਜ ਕਰੋ ਦੀ ਨੀਤੀ ਨੂੰ ਅਸੀਂ ਕਦੋਂ ਸਮਝਾਂਗੇ? ਅਸੀਂ ਮੂਰਖਾਂ ਵਿੱਚ ਅੱਜ ਦੀ ਲਿਸਟ ਬਣਾਵਾਂਗੇ ਤੇ ਅਸੀਂ ਆਮ ਲੋਕ ਸਾਰੇ ਪਹਿਲੇ ਨੰਬਰ ਤੇ ਹੋਵਾਂਗੇ ਜਿਨ੍ਹਾਂ ਨੂੰ ਸਿਆਸਤਦਾਨਾਂ ਨੇ ਲਗਾਤਾਰ ਪਾੜਿਆ। ਅਸੀਂ ਕਿਉਂ ਨਹੀਂ ਸਮਝਦੇ? ਇਹ ਵੱਖੋ ਵੱਖਰੇ ਬ੍ਰਿਗੇਡ ਜਦੋਂ ਇਸ ਤਰੀਕੇ ਦੀ ਆਵਾਜ਼ ਚੁੱਕਦੇ ਨੇ, ਕੌਣ ਜੇ ਉਹਨਾਂ ਦੀ ਫਾਈਨੈਂਸ਼ੀਅਲ ਸਪੋਰਟ? ਕਿਉਂ ਉਹ ਆਮ ਨੌਜਵਾਨ ਬੱਚਿਆਂ ਦੇ ਵਿਹਲੜਾਂ ਦਾ ਵੱਗ ਬਣਾ ਕੇ ਉਹਨਾਂ ਨੂੰ ਅਗਾਂਹ ਮਰਨ ਲਈ ਤੋਰ ਦਿੰਦੇ ਨੇ, ਪਰ ਉਹ ਆਪ ਸੁਰੱਖਿਅਤ ਪਿਛਾਂ ਬੈਠੇ ਰਹਿੰਦੇ ਨੇ। ਤਾਂ ਜਿਹੜੇ ਵੀ ਇਹ ਨਫ਼ਰਤ ਦੀ ਅੱਗ ਫੈਲਾ ਰਹੇ ਨੇ, ਇਹ ਅਸਲ ਜੇ ਜਦੋਂ ਸਮਝ ਜਾਵਾਂਗੇ ਕਿ ਇਹ ਸਿਆਸਤਦਾਨ ਨੇ ਜਿਹੜੇ ਇਹਨਾਂ ਨੂੰ ਇਸ ਪਾਸੇ ਸਿਰਫ ਵਰਗਲਾਉਣ ਲਈ ਸਾਨੂੰ ਆਮ ਲੋਕਾਂ ਨੂੰ ਉਸ ਪਾਸੇ ਨੂੰ ਤੋੜ ਦਿੰਦੇ ਨੇ ਕਿ ਜੇ ਇਹਨਾਂ ਦੀ ਆਪਸੀ ਖਿੱਚ ਉਸੇ ਤਰ੍ਹਾਂ ਰਹੀ ਤਾਂ ਫਿਰ ਅਸੀਂ ਰਾਜ ਨਹੀਂ ਕਰ ਸਕਾਂਗੇ। ਜੇ ਇਕਜੁੱਟ ਹੋ ਗਏ, ਇਹਨਾਂ ਨੂੰ ਤੋੜੋ ਪਾੜੋ, ਫਿਰ ਹੀ ਰਾਜ ਕਰ ਸਕਾਂਗੇ। ਇਹੀ ਨਫ਼ਰਤ ਦੁਨੀਆ ਭਰ ਵਿੱਚ ਜਦੋਂ ਵੀ ਤੁਰਦੀ ਜੇ ਕਿ ਅਸੀਂ ਦੂਸਰੇ ਮੁਲਕਾਂ ਨਾਲ ਜੰਗਾਂ ਕਰਨੀਆਂ, ਉੱਥੇ ਤਬਾਹੀ ਮਚਾ ਦੇਣੀ ਜੇ, ਤਾਂ ਕਿ ਸਾਡੇ ਲੋਕ ਡਰ ਤੇ ਭੈ ਦੇ ਅੰਦਰ ਸਾਡੀ ਸਿਆਸਤ ਨੂੰ ਹੱਲਾਸ਼ੇਰੀ ਦਿੰਦੇ ਰਹਿਣ। ਪਰ ਕਦੋਂ ਸਮਝਾਂਗੇ ਕਿ ਉਹਨਾਂ ਜੰਗਾਂ 'ਚ ਮਰਨ ਵਾਲੇ ਅਸੀਂ ਹਾਂ? ਸਾਡੀਆਂ ਹੀ ਭੈਣਾਂ ਉਹਦੇ ਵਿੱਚ ਵਿਧਵਾ ਹੁੰਦੀਆਂ ਨੇ, ਸਾਡੀਆਂ ਹੀ ਮਾਵਾਂ ਦੀਆਂ ਕੁੱਖਾਂ ਸੁੰਨੀਆਂ ਹੁੰਦੀਆਂ ਨੇ, ਸਾਡੀਆਂ ਹੀ ਨਵ ਵਿਆਹੀਆਂ ਦੀਆਂ ਰੰਗਲੀਆਂ ਚੂੜੀਆਂ ਬੀੜੀਆਂ ਤੋਂ ਸੱਖਣੀਆਂ ਉਹਨਾਂ ਦੀਆਂ ਹੋ ਜਾਂਦੀਆਂ ਨੇ। ਉਹ ਵੈਣ ਸਭਨਾ ਪਾਸੇ ਦੇ ਇੱਕੋ ਹੀ ਹੁੰਦੇ ਨੇ, ਬਲਾਤਕਾਰ ਦੋਨੋਂ ਪਾਸੇ ਦੀਆਂ ਧੀਆਂ ਦੇ ਹੁੰਦੇ ਨੇ। ਤਾਂ ਫਿਰ ਰਾਜ ਕਰਨ ਵਾਲਿਆਂ ਦੇ ਨਾ ਪੁੱਤਰ ਮਰਦੇ ਨੇ, ਨਾ ਖਾਨਦਾਨ ਮਰਦੇ ਨੇ, ਉਸੇ ਤਰ੍ਹਾਂ ਸਲਾਮਤ ਫਿਰ ਦੁਬਾਰਾ ਕੁਰਸੀਆਂ ਤੇ ਬੈਠ ਜਾਂਦੇ ਨੇ। ਅਸੀਂ ਕਦੋਂ ਸਮਝਾਂਗੇ ਕਿ ਸਾਨੂੰ ਪਾੜਨ ਵਾਲੇ ਕੌਣ ਨੇ? ਮੈਮ, ਅਕਸਰ ਆਪਾਂ ਕਿਸੇ ਨਾ ਕਿਸੇ ਪ੍ਰੋਗਰਾਮ ਦੇ ਵਿੱਚ ਸਾਰਿਆਂ ਨੂੰ ਇਹੀ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਰਾਜਨੀਤਿਕ ਲੀਡਰਾਂ ਨੇ ਕੱਖ ਨਹੀਂ ਦੇਣਾ, ਇਹਨਾਂ ਪਿੱਛੇ ਲੱਗ ਕੇ ਆਪਸ ਦੇ ਵਿੱਚ ਨਾ ਲੜੋ, ਕਿਉਂਕਿ ਨੁਕਸਾਨ ਸਾਡਾ ਹੀ ਹੁੰਦਾ, ਨੁਕਸਾਨ ਸਾਡੇ ਲੋਕਾਂ ਦਾ ਹੀ ਹੁੰਦਾ। ਪਰ ਜੇ ਗੱਲ ਕਰੀਏ ਤਾਂ ਕੈਨੇਡਾ ਦੀ, ਤਾਂ ਕੈਨੇਡਾ ਦੇ ਵਿੱਚ ਲਗਾਤਾਰ ਸਾਡੇ ਪੰਜਾਬੀਆਂ ਦੀ ਤਾਦਾਦ ਵੱਧਦੀ ਜਾ ਰਹੀ ਹੈ। ਪਿਛਲੇ ਲੰਮੇ ਸਮੇਂ ਤੋਂ ਵਿਦਿਆਰਥੀ ਵੱਡੀ ਗਿਣਤੀ ਦੇ ਵਿੱਚ ਜਾ ਰਹੇ ਨੇ, ਪਰ ਉੱਥੋਂ ਦਾ ਜੋ ਮਾਹੌਲ ਵਿਸਰ ਰਿਹਾ ਹੈ। ਤਾਂ ਤੁਸੀਂ ਵੀ ਗੱਲ ਕੀਤੀ ਹੈ ਕਿ ਪੁਰਾਣੇ ਲੋਕਾਂ ਨੂੰ ਉੱਥੋਂ ਕੱਢਣ ਦੇ ਲਈ ਨਸ਼ਾ ਬਹੁਤ ਜ਼ਿਆਦਾ ਫੈਲਾ ਦਿੱਤਾ ਗਿਆ ਸੀ ਤੇ ਉਹ ਲੋਕ ਨਸ਼ਾ ਖਾ ਖਾ ਕੇ ਮਰ ਗਏ। ਤਾਂ ਜੇ ਅਸੀਂ ਪੰਜਾਬੀਆਂ ਦੀ ਗੱਲ ਕਰੀਏ ਤਾਂ ਹਰ ਮਹੀਨੇ, ਈਵਨ ਕਿ ਮੈਂ ਤਾਂ ਕਹੂੰਗੀ ਕਿ ਹੁਣ ਤਾਂ 15 ਦਿਨਾਂ ਦੇ ਵਿੱਚ 3-3 ਲਾਸ਼ਾਂ ਪੰਜਾਬ ਨੂੰ ਵਿਦਿਆਰਥੀਆਂ ਦੀਆਂ ਵਾਪਸ ਆ ਰਹੀਆਂ ਨੇ। ਤੇ ਉਹਨਾਂ ਦੇ ਵਿੱਚ ਜਿਹੜੀਆਂ ਗੱਲਾਂ ਨਿਕਲ ਕੇ ਆਉਂਦੀਆਂ ਨੇ ਉਹ ਇਹੀ ਨੇ ਕਿ ਨਸ਼ੇ ਦੀ ਓਵਰਡੋਜ਼ ਦੇ ਨਾਲ ਮੌਤ ਹੋ ਗਈ। ਇਹਦੇ ਬਾਰੇ ਕੀ ਕਹੋਗੇ? ਬਿਲਕੁਲ, ਮੈਂ ਤੁਹਾਡੇ ਨਾਲ ਸਹਿਮਤ ਹਾਂ। ਜਿਸ ਢੰਗ ਨਾਲ ਇਸ ਵੇਲੇ ਨਸ਼ੇ ਦਾ ਵਪਾਰ ਸ਼ੁਰੂ ਹੋਇਆ ਪਿਆ ਜੇ, ਕੁਇੰਟਲਾਂ ਦੇ ਹਿਸਾਬ ਨਾਲ ਨਸ਼ਾ ਵਿਕ ਰਿਹਾ ਜੇ, ਤੇ ਜਿਵੇਂ ਉਹ ਇਸ ਵੇਲੇ ਉੱਥੇ ਤਾਂ ਖੁੱਲੀਆਂ ਦੁਕਾਨਾਂ ਤੇ ਵੀ ਜਿੱਥੇ ਨਾ ਸਿਰਫ ਸਪਰੇਆਂ ਬਲਕਿ ਰੋਲ ਔਨਸ, ਟੌਫੀਜ਼, ਜਿਸ ਤਰੀਕੇ ਦੇ ਕੋਲਡ ਡਰਿੰਕਸ ਦੇ ਵਿੱਚ ਮਿਕਸ ਕੀਤਾ ਹੋਇਆ, ਉਹ ਇਹ ਇੰਨੇ ਅਣਗਿਣਤ ਢੰਗ ਦੇ ਨਾਲ ਇਸ ਵੇਲੇ ਉਹ ਨਸ਼ਾ ਉੱਥੇ ਖੁੱਲਾ ਜਿਹੜਾ ਸਪਲਾਈ ਹੋ ਰਿਹਾ ਜੇ, ਜਿੱਥੇ ਖੁੱਲੇ ਜਾ ਕੇ 18 ਵਰ੍ਹਿਆਂ ਤੋਂ ਉੱਪਰ ਦਾ ਕੋਈ ਵੀ ਬੱਚਾ ਦੁਕਾਨ ਤੇ ਜਾਏ ਤੇ ਲੈ ਕੇ ਟਰਾਈ ਕਰਕੇ ਉਹਨੂੰ ਵਰਤ ਸਕਦਾ ਜੇ। ਭੰਗ ਦੀਆਂ ਪੂਰੀਆਂ ਦੁਕਾਨਾਂ ਖੁੱਲੀਆਂ ਪਈਆਂ ਨੇ। ਇਹ ਸਾਰੇ ਦੇ ਵਿੱਚ ਵਰਤਾਰੇ 'ਚ ਜਿਸ ਤਰੀਕੇ ਦੀ ਪਿਉਰੀਫਾਈਡ ਫਾਰਮ ਉੱਥੇ ਮਿਲਦੀ ਜੇ, ਉਹ ਅਸਲ ਵਿੱਚ ਇੱਥੋਂ ਦੇ ਬੱਚੇ ਜਿਹੜੇ ਇੱਥੋਂ ਲੈ ਕੇ ਗਏ ਹੁੰਦੇ ਨੇ, ਉਹ ਇੰਨੀ ਪਿਉਰੀਫਾਈਡ ਨਹੀਂ ਹਜ਼ਮ ਕਰ ਸਕਦੇ। ਸੋ ਜਦੋਂ ਨਾਲ ਕੋਈ ਡਰਿੰਕ ਵੀ ਲਈ ਹੋਵੇ ਤਾਂ ਇਹ ਸਾਰਾ ਕੁਛ ਮਿਕਸਚਰ ਜੇ, ਤੇ ਉੱਥੋਂ ਦਾ ਜਿਸ ਢੰਗ ਦਾ
ਮਾਹੌਲ ਜੇ ਕਿ ਮੌਸਮ ਜੇ ਠੰਡਾ ਹੋਏਗਾ ਜਾਂ ਫਿਰ ਜਿਸ ਤਰੀਕੇ ਦੀ ਪਿਛਲੀ ਉਹਨਾਂ ਨੂੰ ਸਪੋਰਟ ਕਿੰਨੀ ਕੁ ਹੈ, ਕਿੰਨੀ ਕੁ ਨਹੀਂ, ਪਿੱਛੋਂ ਕਿੰਨਾ ਕੁ ਉਹਨਾਂ ਤੇ ਕਰਜ਼ਾ ਚੜਿਆ, ਅੱਗੋਂ ਕੋਈ ਮੈਂਟਲ ਸਪੋਰਟ ਹੈ ਕਿ ਨਹੀਂ, ਕਿਸ ਤਰੀਕੇ ਉਹਨਾਂ ਦੇ ਦੋਸਤ ਬਣੇ ਜਾਂ ਨਹੀਂ, ਇਹ ਸਾਰੇ ਇੱਕ ਕਾਫੀ ਗੁੰਝਲਦਾਰ ਹੋ ਜਾਂਦੀ ਜੇ ਹਵੇਲੀ, ਜਿਹਦੇ ਵਿੱਚ ਸਾਡੇ ਨੌਜਵਾਨ ਜਦੋਂ ਇਸ ਤਰੀਕੇ ਧੜਾ-ਧੜ ਮਰ ਰਹੇ ਹੋਣ ਤਾਂ ਸਮਝ ਆ ਜਾਣੀ ਚਾਹੀਦੀ ਜੇ ਕਿ ਇੰਨਾ ਸੁਖਾਲਾ ਨਹੀਂ ਕਿ ਇੱਥੋਂ ਬੱਚਾ ਸਾਰਾ ਕੁਛ ਅਸੀਂ ਵੇਚ ਕੇ ਸਭ ਕੁਛ ਖਾਲੀ ਹੋ ਕੇ ਉੱਥੇ ਭੇਜੀਏ ਇੱਕ ਉਮੀਦ ਦੇ ਨਾਲ ਤੇ ਉੱਥੇ ਫਿਰ ਅੱਗੋਂ ਪੁੱਤਰ ਹੀ ਨਾ ਰਵੇ। ਪਰ ਵੱਡਾ ਸਵਾਲ ਇਹ ਹੈ ਕਿ ਅਸੀਂ ਕਿਉਂ ਭੇਜ ਰਹੇ ਹਾਂ? ਕਿਉਂ ਮਜਬੂਰ ਕਰ ਰਹੇ ਹਾਂ? ਪਹਿਲਾਂ ਕਿਹਾ ਸੀ ਵੀ ਕੋਈ ਬਾਗੀ ਕਿਉਂ ਬਣਦਾ ਜੇ? ਕਿਉਂ ਕੋਈ ਆਪਣਾ ਘਰ-ਬਾਰ ਵੇਚ ਕੇ ਮਜਬੂਰ ਹੋ ਗਿਆ ਬਾਹਰ ਜਾਣ ਨੂੰ? ਕਾਰਨ ਤਾਂ ਹੈ ਨਾ ਕੋਈ, ਕਿ ਇੱਥੇ ਉਹਨਾਂ ਨੂੰ ਨੌਕਰੀਆਂ ਹਨ, ਕਿ ਇੱਥੇ ਉਹਨਾਂ ਦੇ ਮਨੁੱਖੀ ਅਧਿਕਾਰਾਂ ਦਾ ਖਿਆਲ ਰੱਖਿਆ ਜਾ ਰਿਹਾ, ਕਿ ਇੱਥੇ ਉਹਨਾਂ ਤੇ ਕੋਈ ਗਲਤ ਕੇਸ, ਝੂਠੇ ਕੇਸ ਪਾ ਕੇ ਅੰਦਰ ਤਾਂ ਨਹੀਂ ਤਾੜਿਆ ਜਾ ਰਿਹਾ, ਕਿ ਇੱਥੇ ਕਿਸੇ ਥਾਂ ਤੇ ਕੋਈ ਆਪਸੀ ਜੇ ਪੋਲੀਟੀਕਲ ਆਪਸੀ ਜੇ ਉਹਨਾਂ ਦੀ ਕਿਹੜ ਕੱਢਣੀ ਜੇ ਤਾਂ ਕਿ ਕਿਸੇ ਆਮ ਬੰਦੇ ਨੂੰ ਜਬਰੀ ਐਵੇਂ ਹੀ ਤਾਂ ਨਹੀਂ ਕਿਸੇ ਧੋਖੇ ਨਾਲ ਅੰਦਰ ਤਾੜ ਦਿੱਤਾ ਜਾਂ ਮਾਰ ਦਿੱਤਾ ਜਾਂਦਾ। ਇਹ ਸਾਰੀਆਂ ਚੀਜ਼ਾਂ ਦਾ ਜੇ ਧਿਆਨ ਰੱਖਾਂਗੇ ਤਾਂ ਫਿਰ ਸਮਝ ਆਉਂਦੀ ਜੇ ਕਿ ਪੰਜਾਬ ਵਿੱਚ ਕੀ ਕੁਝ ਕਾਜੇ, ਤੇ ਜੇ ਉਹ ਸਾਰਾ ਕੁਝ ਪੰਜਾਬ ਵਿੱਚ ਉਹਨਾਂ ਨੂੰ ਨਹੀਂ ਮਿਲ ਰਿਹਾ, ਕਿਸੇ ਦੇ ਪੁੱਤਰ ਨੂੰ ਝੂਠੇ ਕੇਸਾਂ ਅੰਦਰ ਤਾੜਿਆ ਜਾ ਰਿਹਾ, ਜੇ ਕੋਈ ਪੰਜਾਬ ਦੇ ਹਿੱਤ ਦੀ ਗੱਲ ਕਰਦਾ ਤਾਂ ਕੀ ਉਹਦੇ ਹੱਕਾਂ ਨੂੰ ਖੋਹ ਕੇ ਉਹਨੂੰ ਹੀ ਤਾਂ ਨਹੀਂ ਅੰਦਰ ਤਾੜਿਆ ਜਾ ਰਿਹਾ, ਕਿ ਕੋਈ ਨਸ਼ੇ ਦੇ ਵਿਰੁੱਧ ਆਵਾਜ਼ ਚੁੱਕਦਾ ਹੋਏ ਤੇ ਉਸੇ ਨੂੰ ਹੀ ਅੰਦਰ ਬੰਦ ਕਰ ਦਿੱਤਾ ਜਾਵੇ, ਜਾਂ ਕੋਈ ਜਿਹੜੀ ਇੱਥੇ ਕਿਸੇ ਥਾਂ ਤੇ ਲੁੱਟ ਮਚਾਈ ਹੋਵੇ ਕਿਸੇ ਪੋਲੀਟੀਕਲ ਇਸੇ ਤਰ੍ਹਾਂ ਲੀਡਰ ਨੇ, ਉਹਨੂੰ ਉਜਾਗਰ ਕਰਦਾ ਹੋਏ ਤਾਂ ਉਹਨੂੰ ਉਹਦੇ ਤੇ ਵੀ ਇਸੇ ਤਰ੍ਹਾਂ ਝੂਠੇ ਕੇਸ ਲਾ ਕੇ ਉਹਨੂੰ ਅੰਦਰ ਤਾੜ ਦਿੱਤਾ ਜਾਵੇ। ਤਾਂ ਫਿਰ ਆਖਰ ਬੰਦਾ ਕਰੇ ਕੀ? ਇਹਦਾ ਮਤਲਬ ਇਹ ਜੇ ਅਸਲ ਮੁੱਦੇ ਸਾਨੂੰ ਸਮਝ ਜਿਸ ਦਿਨ ਵੀ ਆਣਗੇ ਤਾਂ ਪਤਾ ਲੱਗੇਗਾ ਸਾਰੇ ਪੁਆੜਿਆਂ ਦੀ ਜੜ ਇਹੀ ਸਿਆਸਤਦਾਨ ਨੇ, ਜਿਨ੍ਹਾਂ ਨੂੰ ਅਸੀਂ ਹੀ ਪਰੋਸ ਕੇ ਇਹ ਕੁਰਸੀਆਂ ਦਿੱਤੀਆਂ ਹੁੰਦੀਆਂ ਨੇ, ਤੇ ਫਿਰ ਅਸੀਂ ਸਾਰੇ ਦੇ ਸਾਰੇ ਉਹਨਾਂ ਅੱਗੇ ਹੀ ਗੋਡੇ ਟੇਕ ਕੇ ਪੈ ਜਾਂਦੇ ਹਾਂ ਕਿ ਹਾਂਜੀ ਆਓ ਅਸੀਂ ਆਪਣੇ ਤੁਹਾਨੂੰ ਇਸੇ ਤਰ੍ਹਾਂ ਸਨਮਾਨਿਤ ਕਰਦੇ ਹਾਂ, ਉਹ ਦਮ ਰੱਖੀਏ। ਤਾਂ ਇਹ ਗਿਣਤੀ ਦੇ ਹੁੰਦੇ ਨੇ, ਆਮ ਬੰਦੇ ਬਹੁਤ ਜ਼ਿਆਦਾ ਨੇ। ਜੇ ਇਹ ਸਾਰੇ ਜਣੇ ਇਕਜੁੱਟ ਹੋ ਕੇ ਸਮਝ ਜਾਣ ਕਿ ਸਾਨੂੰ ਪਾੜਨ ਵਾਲੇ ਨੇ ਇਹ, ਅਸੀਂ ਆਪਣੇ ਹੱਕਾਂ ਬਾਰੇ ਜਾਗਰੂਕ ਹੋਈਏ, ਅਸੀਂ ਖੜੇ ਹੋਈਏ, ਜ਼ੁਲਮ ਦੇ ਵਿਰੁੱਧ ਇਕਜੁੱਟ ਹੋਈਏ, ਫਿਰ ਤਾਂ ਇਹ ਸਾਰਾ ਚੀਜ਼ ਚ ਵਰਤਾਰੇ ਚ ਜ਼ਰੂਰ ਠੱਲ ਪਏਗੀ। ਵਰਨਾ ਇਹ ਨਾ ਸਿਰਫ ਮੁਲਕਾਂ ਦੇ ਅੰਦਰ ਬਲਕਿ ਬਾਹਰ ਜਿਸ ਢੰਗ ਦੀਆਂ ਨਫ਼ਰਤਾਂ ਇਸ ਵੇਲੇ ਚੁਫੇਰੇ ਵਧਾਈਆਂ ਜਾ ਰਹੀਆਂ ਨੇ, ਵਾਰ-ਵਾਰ ਮੈਂ ਉਹੀ ਦੁਹਰਾ ਰਹੀ ਹਾਂ ਕਿ ਸ਼ਿਕਾਰ ਤਾਂ ਆਮ ਬੰਦੇ ਨੇ ਹੋਣਾ ਜੇ, ਜਾਗ ਜਾਈਏ, ਅਜੇ ਵੀ ਸਮਾਂ ਜੇ। ਪਰ ਇਸ ਤਰੀਕੇ ਜੋ ਹੁਣ ਸਾਡੇ ਬੱਚੇ ਬਾਹਰ ਗਏ ਨੇ, ਮਾਹੌਲ ਜ਼ਰੂਰ ਵਿਗੜਦਾ ਦਿਸਦਾ ਜੇ, ਪਰ ਇਹ ਪਿਆਰ ਤੇ ਮੁਹੱਬਤ ਦੀ ਸਾਂਝ, ਕਿਉਂਕਿ ਜਿਹੜਾ ਕੋਈ ਵੀ ਮੁਲਕ ਦੀ ਸਿਕਿਉਰਿਟੀ ਹਮੇਸ਼ਾ ਤਾਂ ਹੀ ਹੁੰਦੀ ਜੇ ਆਸ-ਪਾਸ ਦੇ ਮੁਲਕਾਂ ਦੇ ਨਾਲ ਚੰਗੇ ਸੰਬੰਧ ਹੋਣ। ਤੇ ਜਿਸ ਤਰੀਕੇ ਦੀ ਇਹ ਪਾਵਰ ਡਬਲ ਹੋ ਜਾਂਦੀ ਜੇ ਉਹਨਾਂ ਮੁਲਕਾਂ ਦੀ, ਜਿੰਨੇ ਦੋਸਤਾਨਾ ਸੰਬੰਧ ਵੱਧ ਹੋਣ। ਮੈਂ ਦੱਸਿਆ ਕਿ ਇਹ ਇੱਕ ਨਹੀਂ, ਦੋ ਨਹੀਂ, ਅਣਗਿਣਤ ਨੇ ਐਗਜ਼ਾਮਪਲਸ ਹਿਸਟਰੀ ਵਿੱਚ, ਜਿੱਥੇ ਇਸ ਤਰੀਕੇ ਦੂਜੇ ਮੁਲਕਾਂ 'ਚ ਜਾ ਕੇ ਮਾਰੇ ਵੀ ਜਾਂਦੇ ਰਹੇ ਨੇ ਕਿ ਹੁਣ ਤੱਕ ਤਾਂ ਸਾਡੇ ਅਨੁਸਾਰ ਚੱਲ ਰਹੇ ਸੀ, ਹੁਣ ਇਹ ਆਪਣੇ ਲੋਕਾਂ ਲਈ ਆਵਾਜ਼ ਚੁੱਕਣ ਲੱਗ ਗਏ ਨੇ, ਹੁਣ ਸਾਨੂੰ ਨਹੀਂ ਚਾਹੀਦੇ, ਇਹਨਾਂ ਨੂੰ ਮਾਰ ਮੁਕਾਏ ਜਾਏ। ਸੋ ਇਹ ਚੀਜ਼ਾਂ ਚੱਲਦੀਆਂ ਰਹਿੰਦੀਆਂ ਨੇ। ਪਰ ਇਹਦੇ ਲਈ ਸਿਰਫ ਲੋਕ ਸੁਚੇਤ ਹੋਣ, ਖੜੇ ਹੋਣ ਕਿ ਬਸ ਹੁਣ ਹੋਰ ਨਹੀਂ, ਅਸੀਂ ਇਸ ਤਰੀਕੇ ਦੀ ਚੀਜ਼ ਨਹੀਂ ਚੱਲਣ ਦੇਣੀ। ਤੇ ਜਿਹੜੇ ਵੀ ਸਿਆਸਤਦਾਨ ਕਿਸੇ ਹੀ ਮੁਲਕ ਦੇ ਹੋਣ, ਉਹ ਇਸ ਤਰੀਕੇ ਦੀ ਪਾੜ ਪਾਉਂਦੇ ਹੋਣ ਆਮ ਲੋਕਾਂ ਦੇ ਵਿੱਚ, ਉਹਨੂੰ ਜ਼ਰੂਰ ਠੱਲ ਪਾਣੀ ਚਾਹੀਦੀ ਹੈ। ਪ੍ਰਵਾਸ ਕੋਈ ਅੱਜ ਦਾ ਸ਼ੁਰੂ ਨਹੀਂ ਹੋਇਆ, ਸਦੀਆਂ ਤੋਂ ਚੱਲਦਾ ਰਿਹਾ, ਤੇ ਇਸ ਪ੍ਰਵਾਸ ਦੇ ਨੇ ਮਨੁੱਖੀ ਅੱਗੋਂ ਬਹੁਤ ਸਾਰੀਆਂ ਤਬਦੀਲੀਆਂ ਜਿਹੜੀਆਂ ਆਈਆਂ, ਉਹ ਮਨੁੱਖੀ ਯਾਨੀ ਉਹਨਾਂ ਦੇ ਨਾ ਸਿਰਫ ਹੱਕਾਂ ਲਈ ਬਲਕਿ ਉਹਨਾਂ ਦੇ ਵਿਕਾਸ ਲਈ ਵੀ ਬੜੀਆਂ ਲਾਹੇਵੰਦ ਵੀ ਸਾਬਤ ਹੋਈਆਂ ਨੇ। ਸੋ ਹਮੇਸ਼ਾ ਪ੍ਰਵਾਸ ਮਾੜਾ ਹੀ ਨਹੀਂ ਹੁੰਦਾ, ਚੰਗੇ ਲਈ ਵੀ ਹੁੰਦਾ। ਪਰ ਜਦੋਂ ਇਸ ਤਰੀਕੇ ਦੀਆਂ ਵੰਡਾਂ ਮੁਲਕਾਂ ਵਿੱਚ ਪੈਣ ਲੱਗ ਜਾਣ ਤਾਂ ਸਾਨੂੰ ਜ਼ਰੂਰ ਸਾਰਿਆਂ ਨੂੰ ਹਮਲਾ ਮਾਰ ਕੇ ਇਕੱਠੇ ਹੋਣਾ ਪਏਗਾ। ਮੈਮ, ਕੈਨੇਡਾ ਨੂੰ ਸੇਫ ਸਿਟੀ ਮੰਨਦੇ ਹਾਂ ਅਸੀਂ, ਮੋਸਟਲੀ ਇਹ ਚਾਹੁੰਦੇ ਹਾਂ ਕਿ ਜਿਹੜਾ ਕੈਨੇਡਾ ਉਹ ਮਿਨੀ ਪੰਜਾਬ ਬਣ ਗਿਆ, ਤਾਂ ਮਿਨੀ ਪੰਜਾਬ ਬਣ ਵੀ ਗਿਆ, ਕਿਉਂਕਿ ਬੀਤੇ ਸਾਲਾਂ ਦੇ ਦੌਰਾਨ ਜੇ ਦੇਖਿਆ ਜਾਵੇ ਕੈਨੇਡਾ ਦੇ ਤਕਰੀਬਨ ਹਰ ਸ਼ਹਿਰ ਦੇ ਵਿੱਚ ਪੰਜਾਬੀ ਵੱਡੀ ਤਾਦਾਦ ਦੇ ਵਿੱਚ ਰਹਿੰਦੇ ਵੀ ਨੇ। ਇਸ ਲਈ ਸਾਨੂੰ ਆਪਣਾ ਭਵਿੱਖ ਸੁਰੱਖਿਅਤ ਲੱਗਦਾ ਹੈ। ਅਸੀਂ ਬਾਹਰਲੇ ਮੁਲਕਾਂ ਦੇ ਵੱਲ ਜੇ ਭੱਜਦੇ ਹਾਂ ਤਾਂ ਸਭ ਤੋਂ ਪਹਿਲਾਂ ਜਿਹੜਾ ਨਾਮ ਆਉਂਦਾ ਹੈ ਉਹ ਕੈਨੇਡਾ ਦਾ ਹੀ ਆਉਂਦਾ ਹੈ। ਪਰ ਹੁਣ ਤਾਂ
ਟਰੂਡੋ ਸਰਕਾਰ ਦੀ ਵੀ ਜੇ ਗੱਲ ਕੀਤੀ ਜਾਵੇ ਤਾਂ ਉਹਨਾਂ ਵੱਲੋਂ ਵੀ ਜੇਕਰ ਕੋਈ ਘਟਨਾ ਉੱਥੇ ਵਾਪਰ ਜਾਂਦੀ ਹੈ ਤਾਂ ਹਿੰਦੂ ਸਿੱਖ ਇਹੀ ਦੋ ਧਿਰਾਂ ਦਾ ਜਿਹੜਾ ਨਾਮ ਹੈ ਉਹ ਲਿਆ ਜਾ ਰਿਹਾ ਹੈ। ਤਾਂ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਕਿ ਇਹ ਇੱਕ ਰਾਜਨੀਤੀ ਹੈ ਜਾਂ ਇਹ ਦੋ ਧਿਰਾਂ ਨੂੰ ਆਪਸ ਦੇ ਵਿੱਚ ਲੜਾਉਣ ਦੀ, ਇਹਨਾਂ ਰਾਜਨੀਤਿਕ ਪਾਰਟੀਆਂ ਦੀ ਆਪਸ ਦੇ ਵਿੱਚ ਇੱਕ ਰੰਜਿਸ਼ ਹੈ? ਜੀ ਬਿਲਕੁਲ। ਦੇਖੋ ਨਾ, ਜੇ ਆਪਾਂ ਕਹਿ ਦਈਏ ਕਿ ਕੈਨੇਡਾ ਦੇ ਅੰਦਰ ਕ੍ਰਾਈਮ ਬਿਲਕੁਲ ਹੀ ਨਹੀਂ ਹੈ, ਇਹ ਵੀ ਗਲਤ ਹੋਏਗਾ। ਜਾਂ ਅਮਰੀਕਾ ਦੇ ਵਿੱਚ ਅਸੀਂ ਨਿੱਤ ਸੁਣਦੇ ਹਾਂ ਕਿ ਕਿਵੇਂ ਛੋਟੇ ਬੱਚੇ ਹੀ ਕਈ ਵਾਰ ਸ਼ੁਰੂ ਹੋ ਜਾਂਦੇ ਨੇ ਗੋਲੀਆਂ ਚਲਾਉਣੀਆਂ, ਤੇ ਕਿਸ ਢੰਗ ਨਾਲ ਉੱਥੇ ਬੇਕਸੂਰੇ ਲੋਕਾਂ ਨੂੰ ਮਾਰ ਦਿੱਤਾ ਜਾਂਦਾ ਹੈ। ਸੋ ਇਸੇ ਤਰ੍ਹਾਂ ਜੇ ਉੱਥੇ ਦੀ ਡਰੱਗ ਵਪਾਰ ਦੀ ਗੱਲ ਕਰੋਗੇ ਤੇ ਟ੍ਰਿਲੀਅਨ ਦਾ ਕਾਰੋਬਾਰ ਚੱਲ ਰਿਹਾ। ਬਿਲਕੁਲ ਉਸੇ ਹੀ ਤਰ੍ਹਾਂ ਉੱਥੇ ਜੇ ਬਲਾਤਕਾਰ ਦੀ ਗੱਲ ਕਰੋਗੇ ਤਾਂ ਉਹ ਵੀ ਗਿਣਤੀ ਤੁਸੀਂ ਨੈਟ ਤੇ ਹੀ ਪੜ੍ਹ ਲਿਓ। ਮੇਰੇ ਤੇ ਸ਼ਾਇਦ ਕਿੰਤੂ ਪਰੰਤੂ ਕਰਨਾ ਚਾਹੋ, ਪਰ ਕਦੇ ਪੜ੍ਹੋਗੇ ਤਾਂ ਤੁਹਾਨੂੰ ਸਮਝ ਆ ਜਾਏਗੀ ਕਿ ਗਿਣਤੀ ਉੱਥੇ ਵੀ ਕਿਸੇ ਪਾਸਿਓਂ ਘੱਟ ਨਹੀਂ। ਹਰ ਮੁਲਕ ਦਾ ਆਪੋ ਆਪਣਾ ਸਿਸਟਮ ਹੁੰਦਾ ਜੇ, ਜਿਹਦੇ ਵਿੱਚ ਸਭ ਤੋਂ ਪਹਿਲ ਕਿਸੇ ਵਾਰ ਦੀ ਇਹੋ ਹੁੰਦੀ ਜੇ ਕਿ ਤੁਸੀਂ ਜਿਹੜੇ ਨਾਗਰਿਕ ਨੇ ਉਹਨਾਂ ਦੀ ਸੁਰੱਖਿਆ, ਜਿਸ 'ਚ ਅਹਿਮ ਰੋਲ ਹੁੰਦਾ ਜੇ ਕਿ ਉਹਨਾਂ ਦੀ ਮੁਫਤ ਪੜ੍ਹਾਈ ਤੇ ਉਹਨਾਂ ਦੇ ਸਿਹਤ ਦਾ ਖਿਆਲ ਰੱਖਿਆ ਜਾਵੇ। ਤੇ ਉੱਥੇ ਭੁੱਖ ਹੋਵੇ, ਰਾਤ ਨੂੰ ਕੋਈ ਭੁੱਖਾ ਨਾ ਸੋਵੇ, ਇੰਨਾ ਨਾ ਪਾੜ ਹੋਵੇ ਅਮੀਰੀ ਗਰੀਬੀ ਦਾ ਕਿ ਇੱਕ ਪਾਸੇ ਉਹ ਕਹਿਣ ਵੀ ਇਹਨਾਂ ਦੀਆਂ 200 ਪੁਸ਼ਤਾਂ ਵੀ ਅੱਗੋਂ ਕੁਛ ਨਾ ਕਰਨ ਤੇ ਪੈਸੇ ਹਨ, ਤੇ ਦੂਜੇ ਪਾਸੇ ਅਸੀਂ ਕਹੀਏ ਵੀ ਸਾਡੀ 70 ਤੋਂ 80% ਜਿਹੜੀ ਹੈ ਉਹ ਭੁੱਖਮਰੀ ਦੇ ਨਿਸ਼ਾਨ ਦੇ ਥੱਲੇ ਜਾਂਦੀ ਪਈ ਜੇ, ਜਿਨ੍ਹਾਂ ਵਿੱਚੋਂ ਬਹੁਤ ਗਿਣਤੀ ਉਹ ਨੇ ਜਿਨ੍ਹਾਂ ਕੋਲ 2 ਵੇਲੇ ਦੀ ਰੋਟੀ ਵੀ ਨਸੀਬ ਨਾ ਹੋ ਰਹੀ ਹੋਏ। ਜਦੋਂ ਇਸ ਤਰੀਕੇ ਦੀ ਸਾਨੂੰ ਇੱਕ ਪਾਸੇ ਫਿਗਰ ਦਿਸਦੀ ਹੋਵੇ, ਫਿਰ ਲਾਜ਼ਮੀ ਹੈ ਕਿ ਸਾਨੂੰ ਆਪਣੇ ਅੰਦਰ ਵੀ ਝਾਤ ਮਾਰਨੀ ਪੈਂਦੀ ਜੇ ਕਿ ਮੈਂ ਕੈਨੇਡਾ ਉੱਤੇ ਉਂਗਲ ਚੁੱਕਣ ਤੋਂ ਪਹਿਲਾਂ ਆਪਣੇ ਮੁਲਕ ਵੱਲ ਜੇ ਦੇਖਾਂ ਤਾਂ ਜੇ ਅਸੀਂ ਮੂਰਤੀ ਉਸਾਰਨ ਲਈ ਕਰੋੜਾਂ ਲਾ ਸਕਦੇ ਹਾਂ ਤੇ ਦੂਜੇ ਪਾਸੇ ਓਨੇ ਦੇ ਵਿੱਚ ਅਸੀਂ ਆਪਣੀ 30% ਪਾਪੂਲੇਸ਼ਨ ਨੂੰ ਰੋਟੀ ਪਹੁੰਚਾ ਸਕਦੇ ਹੋਈਏ, ਤਾਂ ਫਿਰ ਇਹ ਸਵਾਲ ਜੇ ਕਿਹੜੀ ਚੀਜ਼ ਜਾਇਜ਼ ਹੈ। ਤੇ ਫਿਰ ਇਸੇ ਤਰ੍ਹਾਂ ਜੇ ਅਸੀਂ ਸੋਚੀਏ ਕਿ ਕਿਸੇ ਇੱਕ ਫੰਕਸ਼ਨ ਉੱਤੇ ਅਸੀਂ ਇੰਨਾ ਖਰਚ ਦੇਵਾਂਗੇ ਕਿ ਉਹਨੇ 'ਚ ਅਸੀਂ ਸ਼ਾਇਦ 10 ਵਾਰ ਚੰਨ ਤੇ ਜਾ ਕੇ ਦੁਬਾਰਾ ਆ ਸਕੀਏ, ਤਾਂ ਫਿਰ ਕਿਹੜੀ ਚੀਜ਼ ਜਾਇਜ਼ ਹੈ। ਯਾਨੀ ਵਿਕਸਿਤ ਮੁਲਕ ਤੇ ਵਿਕਾਸਸ਼ੀਲ ਮੁਲਕਾਂ ਦੇ ਵਿੱਚ ਅਸੀਂ ਵਿਕਾਸਸ਼ੀਲ ਦੀ ਬਰਾਬਰੀ ਜੋ ਉਦੋਂ ਵਿਕਸਿਤ ਦੀ ਕਰਨ ਲੱਗਦੇ ਆ, ਬਹੁਤ ਕੁਝ ਅਣਦੇਖਾ ਕਰ ਜਾਂਦੇ ਆ। ਪਰ ਦੂਜੇ ਪਾਸੇ ਜੇ ਭਾਰਤ ਦੀ ਵੀ ਮੈਂ ਗੱਲ ਕਰਨੀ ਚਾਹਾਂ ਤਾਂ ਹਜੇ ਯਾਨੀ ਥੋੜਾ ਹੀ ਸਮਾਂ ਹੋਇਆ ਜਿੱਥੋਂ ਇਹ ਸ਼ੁਰੂ ਹੋਇਆ। ਜੇ ਇਹਦਾ ਆਪਣਾ ਵਿਕਾਸ ਦੀ ਗੱਲ ਕਰੀਏ ਤਾਂ ਜਦੋਂ ਵੰਡ ਦਾ ਸਮਾਂ ਸੀ, ਕੱਖ ਵੀ ਨਹੀਂ ਸੀ। ਸੂਈ ਤੋਂ ਲੈ ਸਾਈਕਲ ਤੱਕ ਕੁਝ ਵੀ ਬਣਦਾ ਨਾ ਹੋਣ ਤੋਂ ਲੈ ਕੇ ਅੱਜ ਕਿੰਨਾ ਥੋੜਾ ਸਮਾਂ ਹੋਇਆ, ਜਿੱਥੇ 75 ਸਾਲ ਜਾਂ 76 ਸਾਲ ਕੀ ਹੁੰਦੇ ਨੇ, ਜਿਹਦੇ ਵਿੱਚ ਅਸੀਂ ਮਾਰਸ ਤੇ ਜਾਂ ਪਹੁੰਚ ਕੇ ਇਹ ਚੀਜ਼ ਦਾ ਦਾਅਵਾ ਕਰ ਲੈਣਾ। ਉਹ ਸਾਡੇ ਹੀ ਲੋਕਾਂ ਨੇ ਇੱਥੋਂ ਸ਼ੁਰੂ ਕਰਨਾ ਜਿੱਥੇ ਜ਼ੀਰੋ ਤੋਂ ਸ਼ੁਰੂ ਹੋਏ ਹੋਣਾ, ਯਾਨੀ ਉੱਜੜ ਕੇ ਬਣੇ ਸਨ ਉਦੋਂ ਤੋਂ ਹੁਣ ਤੱਕ। ਤੇ ਜੇ ਅਸੀਂ ਵਿਕਸਿਤ ਮੁਲਕਾਂ ਦੀ ਗੱਲ ਕਰ ਰਹੀਏ, ਉਹ ਕਿੰਨੀਆਂ ਸਦੀਆਂ ਤੋਂ ਰਾਜ ਕਰਦੇ ਦੂਜੇ ਮੁਲਕਾਂ ਨੂੰ ਇਸ ਹਾਲ ਤੇ ਪਹੁੰਚੇ ਨੇ, ਤਾਂ ਉਹ ਤੇ ਸਾਡੇ ਮੁਲਕ ਦੇ ਵਿੱਚ ਬਰਾਬਰੀ ਕਿਸ ਪੱਖੋਂ ਕਰ ਰਹੇ ਹਾਂ। ਜੇ ਸਾਡੇ ਵਿੱਚ ਅਜੇ ਬਹੁਤ ਸਾਰੀਆਂ ਚੀਜ਼ਾਂ ਜੇ ਔਗਣ ਦਿਸਦੇ ਨੇ ਤਾਂ ਭਾਈ ਦੂਜੇ ਪਾਸੇ ਗੁਣ ਵੀ ਦਿਸਦੇ ਨੇ ਕਿ ਸਾਡੇ ਹੀ ਇੱਥੋਂ ਦੇ ਪੜ੍ਹੇ ਬੱਚੇ ਜਿਨ੍ਹਾਂ ਨੇ ਸਿਖਰਾਂ ਦੀ ਮਿਹਨਤ ਕਰਕੇ ਦਿਨ ਰਾਤ ਇੱਕ ਲਾ ਕੇ ਉੱਥੋਂ ਸੂਈ ਬਣਨ ਤੋਂ ਲੈ ਕੇ ਮਾਰਸ ਤੱਕ ਪਹੁੰਚਣ ਦੀ ਗੱਲ ਜੇ ਹੋਈ ਜੇ ਤਾਂ ਇਹਦੀ ਸ਼ਾਬਾਸ਼ੀ ਦੇਣੀ ਵੀ ਬਣਦੀ ਜੇ। ਉਹ ਸਾਡੇ ਹੀ ਮੁਲਕ ਦੇ ਆਮ ਲੋਕ ਸਨ ਜਿਨ੍ਹਾਂ ਨੇ ਇਹ ਸਾਰਾ ਕੁਝ ਕਰ ਵਿਖਾਇਆ। ਉਹ ਮਿਹਨਤ, ਉਹ ਦੇਸ਼ ਪ੍ਰੇਮ ਹਰ ਥਾਂ ਤੇ ਜਿਵੇਂ ਬਾਕੀ ਮੁਲਕਾਂ 'ਚ ਜੇ ਇੱਥੇ ਵੀ ਲੋਕ ਹਨ ਜਿਹੜੇ ਮੁਲਕ ਤੇ ਲੜਨਾ ਮਰਨਾ ਜਾਣਦੇ ਨੇ, ਇਹਦੇ ਵਾਸਤੇ ਕੁਰਬਾਨ ਹੋ ਜਾਣ ਲਈ ਤਿਆਰ ਬੈਠੇ। ਮੈਮ ਅਖੀਰ ਦੇ ਵਿੱਚ ਇਹੀ ਸਵਾਲ ਕਿ ਮੈਂ ਅਕਸਰ ਤੁਹਾਨੂੰ ਕਹਿੰਦੀ ਹਾਂ ਕਿ ਜਾਂਦੇ ਜਾਂਦੇ ਸਾਡੇ ਪੰਜਾਬੀਆਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ, ਪਰ ਅੱਜ ਮੈਂ ਤੁਹਾਨੂੰ ਕਹਾਂਗੀ ਕਿ ਜਾਂਦੇ ਜਾਂਦੇ ਸਾਡੀ ਭਾਰਤੀ ਕਮਿਊਨਿਟੀ ਨੂੰ ਕੀ ਸੁਨੇਹਾ ਦੇਣਾ ਚਾਹੋਗੇ? ਮੈਂ ਇੱਕ ਅੱਜ ਵਾਕਈ ਸੁਨੇਹਾ ਤਾਂ ਦੇਣਾ ਚਾਹੁੰਦੀ ਹਾਂ ਕਿ ਮੈਨੂੰ ਕੁਝ ਫੋਨ ਆਏ ਸਨ ਜਿਹੜੇ ਸਾਡੀਆਂ ਭੈਣਾਂ ਦੇ, ਜਿਨ੍ਹਾਂ ਨੇ ਜ਼ਿਕਰ ਕੀਤਾ ਕਿ ਬਹੁਤ ਸੀਵੀਅਰ ਡਿਪਰੈਸ਼ਨ 'ਚ ਨੇ। ਮੈਂ ਸਿਰਫ ਇੰਨਾ ਹੀ ਉਹਨਾਂ ਨੂੰ ਸੁਨੇਹਾ ਦੇਣਾ ਚਾਹੁੰਦੀ ਹਾਂ ਕਿ ਸਮੇਂ ਹਮੇਸ਼ਾ ਜ਼ਿੰਦਗੀ 'ਚ ਆਉਂਦੇ ਨੇ, ਇਹ ਕਦੇ ਨਹੀਂ ਹੋਇਆ। ਖਾਸ ਕਰ ਸਾਨੂੰ ਪੰਜਾਬੀਆਂ ਨੂੰ ਤਾਂ ਵਿਰਸੇ 'ਚ ਮਿਲਿਆ ਕਿ ਦੁੱਖ ਤੇ ਸੁੱਖ ਬਿਲਕੁਲ ਉਂਝ ਹੀ ਨੇ ਜਿਵੇਂ ਦਿਨ ਤੇ ਰਾਤ ਨੇ।
ਸੋ ਜੇ ਦਿਨ ਤੋਂ ਬਾਅਦ ਰਾਤ ਆਣੀ ਤੇ ਰਾਤ ਤੋਂ ਬਾਅਦ ਸਵੇਰ ਜ਼ਰੂਰ ਆਉਂਦੀ ਜੇ। ਇਸੇ ਤਰ੍ਹਾਂ ਸਾਨੂੰ ਵੀ ਗੁਰਬਾਣੀ 'ਚ ਇਹੋ ਸਿਖਾਇਆ ਗਿਆ ਕਿ ਇਹ ਦੁੱਖ ਨੂੰ ਤਾਂ ਤੁਸੀਂ ਇੱਕ ਹਿੱਸਾ ਸਮਝ ਕੇ ਤੁਰੋ, ਇਹ ਸਦੀਵੀ ਜੇ। ਵਿੱਚ ਚੰਗੇ ਕੁਝ ਮੌਕੇ ਆ ਜਾਂਦੇ ਨੇ ਜਿਹੜੇ ਤੁਹਾਨੂੰ ਖੁਸ਼ੀ ਦੇ ਦਿੰਦੇ ਨੇ। ਇਹੀ ਕਾਰਨ ਹੈ ਕਿ ਇੱਕ ਚੜ੍ਹਦੀ ਕਲਾ ਦਾ ਸੰਕੇਤ ਸਾਨੂੰ ਦਿੱਤਾ ਗਿਆ ਕਿ ਭਾਈ ਇਹ ਤੁਹਾਡਾ ਇੱਕ ਅਟੁੱਟ ਹਿੱਸਾ ਹੋਣਾ ਚਾਹੀਦਾ ਹੈ। ਕਿ ਦੁੱਖ ਸੋਚ ਕੇ ਤੁਰੋ ਇਹ ਹਾਨੀ, ਪਰ ਉਹਦੇ ਵਿੱਚ ਉਹਨੂੰ ਕਿਵੇਂ ਤੁਸੀਂ ਮਹਿਸੂਸ ਕਰਨਾ ਆਪਣੇ ਆਪ ਨੂੰ ਚੰਗਾ, ਜਾਂ ਉਹਦੇ ਵਿੱਚੋਂ ਹੀ ਖੁਸ਼ੀ ਕਿਵੇਂ ਲੱਭਣੀ ਜੇ। ਨਿੱਕੀਆਂ ਨਿੱਕੀਆਂ ਚੀਜ਼ਾਂ ਚੋਂ, ਨਿੱਕੀਆਂ ਨਿੱਕੀਆਂ ਗੱਲਾਂ ਚੋਂ ਉਹ ਔਕੜਾਂ ਨੂੰ ਕਿਵੇਂ ਸਰ ਕਰਕੇ ਅਗਾਂਹ ਤੁਰ ਜਾਣਾ। ਮਿਸਾਲ ਵਜੋਂ ਕਿ ਮੇਰੇ ਬੱਚੇ ਨੇ ਅੱਜ ਪਹਿਲਾ ਕਦਮ ਕਿਵੇਂ ਪੁੱਟਿਆ, ਕਮਾਲ ਹੋ ਗਈ, ਕਿੰਨੀ ਖੁਸ਼ੀ ਦੀ ਗੱਲ ਹੈ, ਚਲੋ ਅੱਜ ਖੁਸ਼ੀ ਮਨਾਈਏ। ਜੇ ਦੂਸਰੇ ਪਾਸੇ ਕਿੰਨੀ ਵੀ ਤਲਖ ਮਾਹੌਲ ਦੇ ਵਿੱਚੋਂ ਲੰਘਦੇ ਹੋਈਏ, ਜੇ ਉਹਦੇ ਵਿੱਚ ਅਸੀਂ ਆਪ ਡਿਪਰੈਸ਼ਨ ਦੇ ਸ਼ਿਕਾਰ ਹੋਵਾਂਗੇ ਤੇ ਛੇਤੀ ਮਰ ਜਾਣ ਦਾ ਰਾਹ ਲੱਭ ਰਹੇ ਹਾਂ। ਪਰ ਜੇ ਅਸੀਂ ਇੱਕ ਪੋਜ਼ਿਟਿਵ એનર્ਜੀ ਨਾਲ ਤੁਰਾਂਗੇ, ਇਸ ਔਖੇ ਸਮੇਂ ਹਮੇਸ਼ਾ ਆਉਂਦੇ ਰਹੇ ਨੇ, ਜੰਗਾਂ ਹਮੇਸ਼ਾ ਹੀ ਰਹੀਆਂ ਨੇ, ਪਰ ਫਿਰ ਵੀ ਲੋਕ ਅਮਨ ਪਸੰਦ ਕਰਦੇ ਨੇ। ਵੱਡੀ ਗਿਣਤੀ ਲੋਕ ਉਸੇ ਪਿਆਰ ਤੇ ਮੁਹੱਬਤ ਨਾਲ ਵਾਪਸ ਜੁੜਦੇ ਨੇ। ਸੋ ਆਪਾਂ ਕੋਸ਼ਿਸ਼ ਕਰੀਏ ਕਿ ਇੱਕ ਸੁਨੇਹਾ ਚੁਫੇਰੇ ਦਈਏ ਕਿ ਪਿਆਰ ਤੇ ਮੁਹੱਬਤ ਇਹੀ ਜੋੜਨ ਵਾਲੀ ਜੇ, ਇਹੀ ਮਿਊਚੁਅਲ ਰਿਸਪੈਕਟ, ਇਹੀ ਸਾਡੀ ਪਾਵਰ ਦੁੱਗਣੀ ਕਰਦੀ ਜੇ, ਇਹੀ ਜੇ ਜਿਹੜੀ ਇੱਕ ਗਲੋਬਲ ਪੀਸ ਡਿਵੈਲਪਮੈਂਟ ਨੂੰ ਪ੍ਰਮੋਟ ਕਰੇਗੀ। ਤਾਂ ਜੰਗਾਂ ਉਹਦੇ ਲਈ ਕੋਈ ਹੱਲ ਨਹੀਂ। ਆਓ ਉਸ ਮੁਲਕ ਦੇ ਵਿੱਚ ਵੀ ਜਿੰਨੇ ਨੇ ਤੇ ਇਸ ਮੁਲਕ ਵਿੱਚ ਵੀ ਇੱਕ ਅਰਦਾਸ ਕਰੀਏ ਕਿ ਇਹ ਸਾਂਝਾ ਕਦੇ ਨਾ ਟੁੱਟਣ, ਇਹ ਪਿਆਰ ਤੇ ਮੁਹੱਬਤ ਦੀਆਂ ਤੰਦਾਂ ਇੰਨੀਆਂ ਹੀ ਮਜ਼ਬੂਤ ਰਹਿਣ ਤਾਂ ਯਕੀਨਨ ਅਸੀਂ ਕੁਝ ਨਾ ਕੁਝ ਚੰਗਾ ਕਰ ਜਾਵਾਂਗੇ। ਤੇ ਇਹ ਜਿਹੜੇ ਵਕਤੀ ਰੋਕ ਜੋ ਸਾਨੂੰ ਦਿਸਦੀ ਪਈ ਹੈ, ਲੱਗੀ ਹੈ, ਹਰ ਹਾਲ ਵਿੱਚ ਇਹ ਟੁੱਟੇਗੀ ਜੇ ਆਪਾਂ ਦੋਨੋਂ ਪਾਸਿਓਂ ਇੱਕ ਤਗੜਾ ਪਿਆਰ ਦਾ ਸੁਨੇਹਾ ਪਹੁੰਚਾ ਸਕੀਏ। ਅਖੀਰ ਦੇ ਵਿੱਚ ਮੈਮ ਆਪਾਂ ਇੱਕ ਦਰਸ਼ਕਾਂ ਨੂੰ ਜਾਂਦੇ ਜਾਂਦੇ ਟੋਟਕਾ ਦੱਸਦੇ ਹੁੰਦੇ ਆ ਤਾਂ ਮੌਸਮ ਬਦਲ ਰਿਹਾ ਪੂਰੇ ਵਿਸ਼ਵ ਭਰ ਦੇ ਵਿੱਚ, ਜਿਸ ਦੇ ਨਾਲ ਖਾਂਸੀ, ਜ਼ੁਕਾਮ, ਬੁਖਾਰ ਦੀਆਂ ਦਿੱਕਤਾਂ ਆ ਰਹੀਆਂ ਨੇ ਕਿਉਂਕਿ ਕਿਤੇ ਗਰਮੀ ਵੱਧ ਰਹੀ ਹੈ, ਕਿਤੇ ਸਰਦੀ ਵੱਧ ਰਹੀ ਹੈ। ਸੋ ਸਾਰੇ ਕਿਤੇ ਹੀ ਗਲੇ ਦੇ ਵਿੱਚ ਖਰਾਸ਼, ਬੁਖਾਰ, ਜ਼ੁਕਾਮ ਦੀਆਂ ਖਬਰਾਂ ਨੇ ਜਿਹੜੀਆਂ ਉਹ ਘਰਾਂ ਦੇ ਵਿੱਚੋਂ ਨਿਕਲ ਕੇ ਸਾਹਮਣੇ ਆ ਰਹੀਆਂ। ਤਾਂ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਘਰੇਲੂ ਉਪਯੋਗ ਆਪਾਂ ਕੀ ਕਰ ਸਕਦੇ। ਜੀ ਬਿਲਕੁਲ, ਦੇਖੋ ਜੀ ਇਸ ਮੌਸਮ ਦੇ ਵਿੱਚ ਚਾਹ ਪੱਤੀ ਥੋੜੀ ਜਿਹੀ ਪਾਸੇ ਰੱਖ ਕੇ ਨਾ ਇੱਕ ਦੇਸੀ ਚਾਹ ਜਿਹੜੀ ਜ਼ਰੂਰ ਤੁਸੀਂ ਇਹ ਨੁਸਖਾ ਲੈ ਲਿਆ ਕਰੋ। ਉਹਦੇ ਵਿੱਚ ਇੱਕ ਮੋਟੀ ਇਲਾਚੀ ਪਾ ਲਓ, 2 ਕੱਪ ਚਾਹ ਜੇ ਤੁਸੀਂ ਉਹ ਵੇਲੇ ਬਣਾਣੇ ਨੇ, ਮੋਟੀ ਇਲਾਚੀ ਪਾ ਲਓ ਇੱਕ, ਤੇ ਇੱਕ ਛੋਟੀ ਇਲਾਚੀ, ਇੱਕ ਲੌਂਗ ਤੇ ਪੁਦੀਨਾ ਨਾਲ ਵਿੱਚ ਪਾ ਕੇ ਇੱਕ ਪੱਤਾ, ਤੇ ਫਿਰ ਇਹਨੂੰ ਨਾਲ ਇੱਕ ਪੱਤਾ ਤੁਲਸੀ ਦਾ, ਤੇ ਵਿੱਚ ਥੋੜੀ ਜਿਹੀ ਸੌਂਫ ਤੇ ਥੋੜੀ ਜਿਹੀ ਚੁੰਡੀ ਇੱਕ ਦਾਲਚੀਨੀ, ਤੇ ਇਹਨੂੰ ਤੁਸੀਂ ਉਬਾਲ ਕੇ ਕਿਆ ਖੁਸ਼ਬੂਦਾਰ, ਜੇ ਤੁਹਾਡੇ ਨੇੜੇ ਤੇੜੇ ਹਿਬਿਸਕਸ ਦਾ ਜੇ ਕਿਤੇ ਲੱਭ ਜਾਏ ਨਾ ਫੁੱਲ ਲੱਗਿਆ, ਉਹਦਾ ਵੀ ਇੱਕ ਪੱਤਾ ਵਿੱਚ ਪਾ ਲੈਣਾ ਤੇ ਫਿਰ ਉਬਾਲੋ। ਜਦੋਂ ਉਬਾਲ ਕੇ ਆਪਣੇ ਕੱਪਾਂ ਦੇ ਵਿੱਚ ਪਾ ਲਓਗੇ, ਉਹਦੇ ਵਿੱਚ ਹਲਕਾ ਜਿਹਾ ਨਿੰਬੂ, ਥੋੜ੍ਹੀਆਂ ਜਿਹੀਆਂ ਬੂੰਦਾਂ, 2 ਕੁ ਬੂੰਦਾਂ ਅਦਰਕ ਤੇ ਅੱਧਾ ਚਮਚ ਸ਼ਹਿਦ ਇਹ ਜ਼ਰੂਰ ਪਾ ਕੇ ਪੀ ਲਓ। ਮੇਰਾ ਵੀ ਵਕਤ ਹੈ ਪੀਣ ਦਾ, ਮੇਰਾ ਖਿਆਲ ਹੈ ਸਵੇਰ ਦੇ 3 ਪ੍ਰੋਗਰਾਮ ਕਰ ਚੁੱਕੀ ਹਾਂ। ਗਲਾ ਜਵਾਬ ਦੇ ਰਿਹਾ ਤਾਂ ਇਹੀ ਲੈਣੀ ਪਏਗੀ। ਮੈਮ ਤੁਹਾਡਾ ਬਹੁਤ-ਬਹੁਤ ਧੰਨਵਾਦ। ਬਹੁਤ ਵਧੀਆ ਸਲੀਕੇ ਦੇ ਨਾਲ ਤੁਸੀਂ ਸਾਰੇ ਹੀ ਸਵਾਲਾਂ ਦੇ ਜਵਾਬ ਦਿੱਤੇ। ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ, ਤੁਸੀਂ ਸਾਡੇ ਇਸ ਪ੍ਰੋਗਰਾਮ ਨੂੰ ਬੇਹੱਦ ਪਿਆਰ ਕਰਦੇ ਹੋ। ਸ਼ੁਰੂਆਤ ਤੋਂ ਲੈ ਕੇ ਅਖੀਰ ਤੱਕ ਤੁਸੀਂ ਇਸ ਪ੍ਰੋਗਰਾਮ ਦੇ ਨਾਲ ਜੁੜੇ ਰਹਿੰਦੇ ਹੋ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਣਾ ਹੀ ਜੀ। ਮਿਲਾਂਗੇ ਆਪਾਂ ਅਗਲੇ ਹਫਤੇ ਫਿਰ ਤੋਂ ਸਾਡੇ ਖਾਸ ਪ੍ਰੋਗਰਾਮ ਕਿਚ ਸੁਣੀਏ ਕਿਚ ਕਹੀਏ ਦੇ ਵਿੱਚ। ਤਦ ਤੱਕ ਦੇ ਲਈ ਸਾਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।